ਕਾਫਲਾ ਟੀਵੀ ਦੇਖ ਰਹੇ ਸਭ ਦਰਸ਼ਕਾਂ ਨੂੰ ਕੁਲਦੀਪ ਗਿੱਲ ਵੱਲੋਂ ਪਿਆਰ ਸਤਿਕਾਰ ਨਾਲ ਨਿੱਘੀ ਜੀ ਆਇਆਂ। ਸਤਿ ਸ਼੍ਰੀ ਅਕਾਲ ਪ੍ਰਵਾਨ ਹੋਵੇ। ਅੱਜ ਆਪਾਂ ਤੁਹਾਡੇ ਨਾਲ ਗੱਲਾਂ ਬਾਤਾਂ ਕਰਾਂਗੇ ਰੀਅਲ ਸਟੇਟ ਦੇ ਨਾਲ ਮੌਰਗੇਜ ਕਿੰਨੀ ਕੁ ਲੈਣੀ ਸੌਖੀ ਆ ਤੇ ਕਿੰਨੀ ਕੁ ਹਾਰਡ ਆ। ਕਾਫੀ ਜਿਹੜੇ ਸਾਡੇ ਦਰਸ਼ਕਾਂ ਨੂੰ ਲੋਕਾਂ ਨੂੰ ਜਿਹੜੀ ਮੌਰਗੇਜ ਦੀ ਪ੍ਰੋਬਲਮ ਆ ਰਹੀ ਆ, ਕਿਉਂ ਆ ਰਹੀ ਆ ਤੇ ਉਹਦਾ ਆਪਾਂ ਹੱਲ ਕਿੱਦਾਂ ਕੱਢ ਸਕਦੇ ਹੈਗੇ ਆ। ਮੌਰਗੇਜ ਅਲਾਇੰਸ ਤੋਂ ਜਸ ਭੁੱਲਰ ਸਾਹਿਬ ਜੀ ਪਹੁੰਚੇ ਨੇ ਆਪਣੇ ਸਟੂਡੀਓ ਦੇ ਵਿੱਚ। ਤੁਹਾਡੇ ਬੜੇ ਫੋਨ ਕਾਲ ਟੈਕਸਟ ਮੈਸੇਜ ਆਏ ਵੀ ਇਹਦੇ ਮੁੱਦੇ ਦੇ ਉੱਤੇ ਜਿਹੜੀ ਗੱਲਬਾਤ ਕੀਤੀ ਜਾਵੇ। ਪਹਿਲਾਂ ਭੁੱਲਰ ਸਾਹਿਬ ਤੁਸੀਂ ਸਟੂਡੀਓ ਦੇ ਵਿੱਚ ਆਏ ਜੀ, ਤੁਹਾਨੂੰ ਸਤਿ ਸ਼੍ਰੀ ਅਕਾਲ ਤੇ ਧੰਨਵਾਦ ਜੀ, ਵੈਲਕਮ। ਥੈਂਕ ਯੂ। ਸਤਿ ਸ਼੍ਰੀ ਅਕਾਲ ਸਾਰੇ ਸਰੋਤਿਆਂ ਨੂੰ, ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਥੈਂਕ ਯੂ ਟਾਈਮ ਦੇ ਲਈ ਬਹੁਤ ਜੀ। ਆਪਾਂ ਭੁੱਲਰ ਸਾਹਿਬ ਗੱਲ ਕਰੀਏ ਜੀ, ਪਹਿਲਾਂ ਦੱਸ ਦਈਏ ਜੀ ਫੋਨ ਨੰਬਰ ਸਕਰੀਨ ਤੇ ਦਿੱਤੇ ਹੋਏ ਨੇ 416 732 2611 ਦੇ ਉੱਤੇ ਮੌਰਗੇਜ ਅਲਾਇੰਸ ਦੇ ਉੱਤੇ ਤੁਸੀਂ ਕਾਲ ਕੀਤੀ ਜਾ ਸਕਦੀ ਹੈ। ਜਸ ਭੁੱਲਰ ਸਾਹਿਬ ਬੜੇ ਲੰਬੇ ਸਮੇਂ ਤੋਂ ਮੌਰਗੇਜ ਦੀ ਦੁਨੀਆ ਦੇ ਵਿੱਚ ਨੇ। ਆਪਾਂ ਕਹਿ ਸਕਦੇ ਹਾਂ ਵੀ ਮੌਰਗੇਜ ਦੇ ਕਿੰਗ, ਕਿਉਂਕਿ ਜੇ ਕਿਤੇ ਤੁਹਾਡਾ ਕੋਈ ਮੌਰਗੇਜ ਦਾ ਕੰਮ ਅੜਿਆ ਹੋਇਆ, ਲਾਸਟ ਮਿੰਟ ਦੇ ਉੱਤੇ ਆ ਕੇ ਤੁਹਾਡੀ ਮੌਰਗੇਜ ਨਹੀਂ ਹੋ ਰਹੀ ਹੈਗੀ, ਜਾਂ ਤੁਹਾਨੂੰ ਪ੍ਰਾਪਰਟੀ ਲੈਣ ਦੇ ਵਿੱਚ ਮੌਰਗੇਜ ਲੈਣ ਦੇ ਵਿੱਚ ਕੋਈ ਪ੍ਰੋਬਲਮ ਆ ਰਹੀ ਆ ਕੋਈ ਲਾਸਟ ਮਿੰਟ ਦੇ ਉੱਤੇ, ਜਾਂ ਭਾਵੇਂ ਰੈਜ਼ੀਡੈਂਸ਼ੀਅਲ ਜਾਂ ਕਮਰਸ਼ੀਅਲ, ਤਾਂ ਤੁਸੀਂ ਇੱਕੋ ਇੱਕ ਨੰਬਰ ਦੇ ਉੱਤੇ ਕਾਲ ਕਰਨੀ ਹੈਗੀ ਆ ਜਸ ਭੁੱਲਰ ਸਾਹਿਬ ਉਹਨਾਂ ਨਾਲ। 416 732 2611 ਦੇ ਉੱਤੇ ਜਿਹੜੀ ਸਕਰੀਨ ਤੇ ਦਿੱਤੇ ਗਏ ਨੰਬਰ ਨੇ, ਤੁਸੀਂ ਐਨੀ ਟਾਈਮ ਕਾਲ ਕੀਤੀ ਜਾ ਸਕਦੇ ਜੀ। ਭੁੱਲਰ ਸਾਹਿਬ ਆਪਾਂ ਕਰਦੇ ਹਾਂ ਸਿਲਸਿਲਾ ਜਿਹੜੀਆਂ ਗੱਲਾਂ ਬਾਤਾਂ ਦੇ। ਸਾਨੂੰ ਬੜੀ ਦਰਸ਼ਕਾਂ ਦੇ ਫੋਨ ਕਾਲ ਆਏ ਨੇ ਵੀ ਆਹ ਜਿਹੜੇ ਲੋਕਾਂ ਨੂੰ ਜਿਹੜੀਆਂ ਪ੍ਰੋਬਲਮਾਂ ਮੌਰਗੇਜ ਦੇ ਵਿੱਚ ਆ ਰਹੀਆਂ ਨੇ। ਸਭ ਤੋਂ ਵੱਡੀ ਗੱਲ ਆ, ਲੋਕੀ ਇਸ ਟਾਈਮ ਜਿਹੜੇ ਪੈਨਿਕ ਹੋਏ ਨੇ। ਆਉਣ ਵਾਲੇ ਸਮੇਂ ਦੇ ਵਿੱਚ ਇੰਟਰਸਟ ਰੇਟ ਕੀ ਉੱਪਰ ਜਾਊ ਜਾਂ ਥੱਲੇ ਹੋਊਗਾ, ਇਹਦੇ ਵਾਸਤੇ ਜ਼ਰੂਰ ਸਾਡੇ ਦਰਸ਼ਕਾਂ ਨੂੰ ਦੱਸੋ। ਇੰਟਰਸਟ ਰੇਟ ਆਉਣ ਵਾਲਾ ਸਮਾਂ ਕਿਵੇਂ ਹੈਗਾ? ਹਾਂ ਬਿਲਕੁਲ ਜੀ, ਪਹਿਲੇ ਕੁਐਸਚਨ ਦੇ ਮੈਨੂੰ ਪੈਨਿਕ ਮੂਡ ਚ ਲਾਤਾ ਤੁਸੀਂ ਜੀ। ਬਿਲਕੁਲ ਇਸ ਟਾਈਮ ਇਹ ਮੇਨ ਮੁੱਦਾ ਹੀ ਸਾਡਾ ਇੰਟਰਸਟ ਰੇਟ ਦਾ। ਜਿਹੜਾ ਅਸੀਂ ਇੰਟਰਸਟ ਰੇਟ ਦਾ ਪਿਛਲੇ ਕਾਫੀ ਟਾਈਮ ਤੋਂ, ਜਿਵੇਂ ਕਿ ਜਦੋਂ ਤੋਂ ਵਧਣ ਲੱਗੇ ਸੀ ਇੰਟਰਸਟ ਰੇਟ, ਕੰਟੀਨਿਊਸਲੀ ਵਧੇ ਸੀਗੇ ਇੰਟਰਸਟ ਰੇਟ, ਵਧਦੇ ਰਹੇ, ਤਾਂ ਸਾਨੂੰ ਉਦੋਂ ਤੋਂ ਇੱਕ ਜਾਣੀ ਕਿ ਫੀਅਰ ਕ੍ਰੀਏਟ ਹੋ ਗਿਆ ਸਾਡੇ ਵਿੱਚ ਕਿ ਪਤਾ ਨਹੀਂ ਕਿੱਧਰ ਨੂੰ ਜਾਊਗੀ ਇੰਡਸਟਰੀ, ਕੀ ਹੋਊਗਾ ਕੀ ਨਹੀਂ। ਕਦੇ ਸੋਚਿਆ ਨਹੀਂ ਸੀਗਾ ਕਿ ਇੰਟਰਸਟ ਰੇਟ ਵੱਧ ਜਾਣਗੇ। ਜਦੋਂ ਵਧਣ ਲੱਗੇ ਸੀ ਇੰਟਰਸਟ ਰੇਟ ਤਾਂ ਇੱਦਾਂ ਲੱਗਦਾ ਸੀ ਕਿ ਇੰਟਰਸਟ ਰੇਟ ਹੁਣ ਪੌਜ ਨਹੀਂ ਹੋਣੇ, ਹੁਣ ਵਧਣਗੇ। ਅੱਜ ਤੋਂ 2 ਸਾਲ ਪਹਿਲਾਂ ਦੀ ਗੱਲ ਹੈ ਜੀ, ਮੇਰੇ ਖਿਆਲ ਹੈ ਮੈਂ ਉਦੋਂ ਇੱਕ ਵਾਰੀ ਟੀਵੀ ਤੇ ਰੇਡੀਓ 'ਤੇ ਬੋਲਿਆ ਸੀ ਮੈਂ। ਉਦੋਂ ਸਾਨੂੰ ਕੁਆਲੀਫਾਈਂਗ ਰੇਟ ਸੀ ਜਿਹੜਾ ਉਹ 5.45 ਹੁੰਦਾ ਸੀਗਾ ਜੀ, ਜਦੋਂ ਕਿ ਆਮ ਜਿਹੜੀ ਮੌਰਗੇਜ ਮਿਲਦੀ ਸੀ ਉਹ 1.75 ਤੇ ਮਿਲਦੀ ਸੀ ਜੀ। ਮੈਂ ਜੇ ਕਿਸੇ ਨਾਲ ਗੱਲ ਕਰਨੀ ਤਾਂ ਉਹਨਾਂ ਨੇ ਮਜ਼ਾਕ ਕਰਨਾ। ਸਾਨੂੰ ਬੈਂਕ ਨੇ ਇੰਡੀਕੇਸ਼ਨ ਦਿੱਤਾ ਸੀ ਕਿ ਤੁਸੀਂ ਜੇ ਕਿਸੇ ਨੂੰ ਕੁਆਲੀਫਾਈ ਕਰਨਾ ਹੈ ਤੇ ਹੁਣ ਇਸ ਰੇਟ ਤੇ ਕੁਆਲੀਫਾਈ ਕਰਨਾ ਹੈ, ਤਾਂ ਕਿ ਸਾਨੂੰ ਹੀ ਪਤਾ ਸੀਗਾ, ਕਿਉਂਕਿ ਐਜ ਐਕਸਪੀਰੀਅੰਸ ਮੈਂ ਫੁੱਲ ਟਾਈਮ ਕੰਮ ਕਰਦਾ ਜੀ, ਸਾਨੂੰ ਪਤਾ ਸੀ ਕਿ ਇੱਕ ਦਿਨ ਇੱਥੇ ਜਾ ਸਕਦੇ ਆ ਇੰਟਰਸਟ ਰੇਟ, ਔਰ ਉਹ ਬਾਕੀ ਉੱਥੇ ਗਏ ਵੀ। ਅੱਜ ਉਦੋਂ ਵੀ ਉੱਪਰ, ਮੈਂ 5.45 ਦੀ ਗੱਲ ਕਰਦਾ, ਅੱਜ ਇੰਟਰਸਟ ਰੇਟ 6.45 ਹੈ ਜੀ। ਸੋ ਇੰਟਰਸਟ ਰੇਟ ਬਾਕੀ ਇੱਥੇ ਆਈ ਸੀ ਜੀ। ਉਦੋਂ ਬਾਅਦ ਕੀ ਹੋਇਆ ਕਿ ਜਦੋਂ ਅਸੀਂ ਦੇਖਿਆ ਇਹ ਜਿੱਥੋਂ ਪੈਨਿਕ ਸ਼ੁਰੂ ਹੋਇਆ ਗਿਆ, ਕਿਉਂਕਿ ਜਿਨ੍ਹਾਂ ਨੇ 17-18 ਦੇ ਵਿੱਚ ਘਰ ਲਏ ਸੀਗੇ ਜੀ, ਉਹਨਾਂ ਦੀ ਨਾਰਮਲ ਮੌਰਗੇਜ 0.75 0.95 1.25 ਤੇ ਸੀਗੀ ਜੀ, ਜਿਹੜੀ ਹੁਣ ਆਟੋਮੈਟਿਕ ਰੀਨਿਊ ਹੋਈ ਹੈ। ਆਟੋਮੈਟਿਕ ਰੀਨਿਊ ਹੋਣ ਨਾਲ ਉਹ ਆਟੋਮੈਟਿਕਲੀ ਅੱਜ 5.6 ਸਮਥਿੰਗ 5.74 ਔਰ 6 ਸਮਥਿੰਗ ਚਲੀ ਗਈ। ਜਿਨ੍ਹਾਂ ਦੀ ਕਿਸ਼ਤ 1800 ਸੀ ਉਹਨਾਂ ਦੀ ਕਿਸ਼ਤ ਅੱਜ 5200 ਹੋ ਗਈ। ਬਹੁਤ ਵੱਡਾ ਜੰਪ। ਸੋ ਬਹੁਤ ਵੱਡਾ ਜੰਪ ਹੈ, $3000 ਦਾ ਜੰਪ ਸਿੱਧਾ, ਜਿਹੜਾ ਕਿ ਤੁਸੀਂ ਜੇ ਤੁਹਾਡੀ ਇਨਵੈਸਟਮੈਂਟ ਪ੍ਰਾਪਰਟੀ ਹੈ ਤੁਸੀਂ ਇਹਨਾਂ ਰੈਂਟ ਨਹੀਂ ਇੰਕਰੀਜ਼ ਕਰ ਸਕਦੇ। ਜੇ ਤੁਸੀਂ ਆਪ ਹੋ ਤਾਂ ਆਪਾਂ ਫੈਮਿਲੀ ਮੈਨ ਆ ਸਾਰੇ, ਤੁਸੀਂ ਵੀ ਮੈਂ ਵੀ, ਤਾਂ ਆਪਣੇ ਹੈਂਡ ਟੂ ਮਾਊਥ ਹੀ ਹੁੰਦੇ ਆ। ਆਪਾਂ ਉਹਨੇ ਕੁ ਪੈਸੇ ਆਉਂਦੇ, ਉਹਨੇ ਕਿ ਆਪਾਂ ਕਮਾ ਕੇ ਪੇ ਕਰੀ ਜਾਂਦੇ ਆ। ਸਡਨਲੀ ਇਹਨੇ ਪੈਸੇ ਪੇ ਕਰਨੇ ਤੇ ਉਹਦੇ ਨਾਲ ਹੀ ਮਾਰਕੀਟ ਦੇ ਵਿੱਚ ਤੜਥਲ ਮਚ ਗਿਆ ਜੀ। ਔਰ ਉਹਦੇ ਬਿਸਾਈਡ ਇਕੱਲੀ ਮੌਰਗੇਜ ਨਹੀਂ, ਬਾਕੀ ਸਾਰੀ ਚੀਜ਼ਾਂ ਅਪ ਹੋ ਗਈਆਂ ਜੀ, ਗਰੋਸਰੀ, ਤੇਲ, ਸਾਡਾ ਸਾਰਾ ਕੁਛ। ਔਰ ਉਹਦੇ ਨਾਲ ਇਨਕਮ ਸਾਡੀ ਘਟ ਗਈ ਜੀ। ਇਨਕਮ ਘਟਣੇ ਕਰਕੇ ਇਹ ਸਾਰਾ ਤਾਂ ਹੋ ਗਿਆ ਜੀ। ਹੁਣ ਆਉਣ ਵਾਲੇ ਟਾਈਮ ਦੇ ਜਿਹੜਾ ਤੁਹਾਡਾ ਕੁਐਸਚਨ ਸੀ ਮੈਂ ਉਹ 'ਤੇ ਆਉਣਾ, ਜਿਹੜਾ ਆਉਣ ਵਾਲਾ ਟਾਈਮ ਸੀ ਜਿਹੜਾ ਸਾਡਾ ਇੰਟਰਸਟ ਰੇਟ ਹੁਣ ਕਿੱਧਰੋਂ ਜਾਊਗਾ, ਵਧੂਗਾ ਘਟੂਗਾ। ਹੁਣ ਇਸ ਟਾਈਮ ਸਾਡਾ ਪੌਜ਼ ਲੱਗਿਆ ਜੀ, 2 ਮੀਟਿੰਗਾਂ ਦੇ ਵਿੱਚ ਪੌਜ਼ ਲੱਗਿਆ ਰਿਹਾ ਪਿਆ। ਪਰ ਜਿਹੜੇ ਹਿਸਾਬ ਨਾਲ ਹੁਣ ਕੈਨੇਡੀਅਨ ਡਾਲਰ ਲੁੱਟ ਗਿਆ, ਕੈਨੇਡੀਅਨ ਡਾਲਰ ਵੀਕ ਹੋ ਰਿਹਾ ਡੇ ਬਾਏ ਡੇ। ਆਉਣ ਵਾਲੀ ਮੀਟਿੰਗ ਜਿਹੜੀ ਸਾਡੀ ਜੂਨ ਦੇ ਵਿੱਚ ਹੈ, ਜੂਨ ਦੇ ਵਿੱਚ ਚਾਂਸਿਸ ਲੱਗ ਰਹੇ ਹੈ, ਜੇ ਕੈਨੇਡੀਅਨ ਡਾਲਰ ਇੱਦਾਂ ਹੀ ਐਕਟ ਕਰਦਾ ਰਿਹਾ ਤੇ 50 ਪੈਸੇ ਵਧਣ ਦੇ ਚਾਂਸ ਹੈਗੇ ਕਿ 50 ਸੈਂਟ ਵੱਧ ਜਾਣਾ। ਪਰ ਜੇ ਸਾਡਾ ਕੈਨੇਡੀਅਨ ਡਾਲਰ ਸਟਰੋਂਗ ਹੋ ਗਿਆ ਤੇ ਫਿਰ ਹੋ ਸਕਦਾ ਸਾਡਾ ਪੌਜ ਲੱਗਿਆ ਰਹੇ, ਪਰ ਹਜੇ ਘਟਣ ਦੇ ਕੋਈ ਚਾਂਸ ਨਹੀਂ। ਜੇ ਕੋਈ ਤੁਹਾਨੂੰ ਇਹ ਕਹਿ ਰਿਹਾ ਹੈ ਕਿ ਇਸ ਸਾਲ ਦੇ ਵਿੱਚ ਜਾਂ ਅਗਲੇ ਸਾਲ ਦੇ ਵਿੱਚ ਇੰਟਰਸਟ ਘਟ ਜਾਣਗੇ, ਹਾਲੇ ਉਹ ਕੋਈ ਚਾਂਸ ਨਹੀਂ ਦਿਸ ਰਿਹਾ। ਬਾਕੀ
ਖੁਦਾ ਨਾ ਖਾਸਤਾ ਕੋਈ ਕੱਲ ਨੂੰ ਕਿੱਧਰ ਨੂੰ ਜਾਂਦੀ ਹੈ ਮਾਰਕੀਟ, ਉਹ ਕੁਝ ਕਹਿ ਨਹੀਂ ਸਕਦੇ, ਪਰ ਅੱਜ ਦੀ ਘੜੀ ਦੇ ਵਿੱਚ ਇੰਟਰਸਟ ਘਟਣ ਦੇ ਬਹੁਤ ਘੱਟ ਚਾਂਸ। ਪਰ ਹੁਣ ਕਿਉਂਕਿ ਤੁਸੀਂ ਮੈਂ ਖੁਦ ਦਾ ਐਕਸਪੀਰੀਅੰਸ ਦੱਸਦਾ ਜੀ, ਭੁੱਲਰ ਸਾਹਿਬ ਨੇ ਕਿਉਂਕਿ ਜਿੰਨੀ ਮੇਰੀ ਫਾਈਲ ਹੁੰਦੀ ਹੈਗੀਆਂ ਨੇ ਭੁੱਲਰ ਸਾਹਿਬ ਕਰਦੇ ਨੇ, ਮੈਂ ਔਨ 에ਅਰ ਕਹਿ ਰਿਹਾ ਹੈਗਾ, ਮਤਲਬ ਜਿਹੜੀ ਅੜੀ ਹੋਈ ਫਾਈਲ ਹੁੰਦੀ ਹੈ ਜੀ, ਉਹ ਤੁਹਾਡੀ ਫਾਈਲ ਜਿਹੜੀ ਕੱਢਦੇ ਨੇ ਭੁੱਲਰ ਸਾਹਿਬ। ਭਾਵੇਂ ਤੁਸੀਂ ਆਪਦਾ ਕੋਈ ਵੀ ਤੁਸੀਂ ਮੌਰਗੇਜ ਕਰਵਾਉਣੀ ਹੈਗੀ ਆ ਤਾਂ ਤੁਸੀਂ ਆਪਦੇ ਜਾਵੋ, ਤੁਹਾਨੂੰ ਸਹੀ ਗਾਈਡ ਕਰਨਗੇ। ਕਰਾਉਣੀ ਤੁਹਾਡੀ ਇੱਛਾ ਹੈਗੀ ਹੈ, ਜਿੱਦਾਂ ਵੀ ਤੁਹਾਨੂੰ ਸਹੀ ਲੱਗਦਾ, ਪਰ ਤੁਹਾਨੂੰ ਗਾਈਡ ਸਹੀ ਕਰਦੇ ਨੇ ਜਸ ਭੁੱਲਰ ਸਾਹਿਬ। ਕਿਉਂਕਿ ਤਾਂ ਹੀ ਹੁਣ ਆਪਾਂ ਹਮੇਸ਼ਾ ਭੁੱਲਰ ਸਾਹਿਬ ਸਾਹਮਣੇ ਬੈਠੇ ਨੇ, ਜਿੰਨੀਆਂ ਵੀ ਫਾਈਲ ਹੈਗੀਆਂ ਨੇ ਆਪਣੀ ਆ ਰਹੀਆਂ ਹੈਗੀਆਂ, ਪੂਰੇ ਐਨ ਪ੍ਰੋਪਰਲੀ ਲਾਸਟ ਮਿੰਟ ਦੇ ਉੱਤੇ ਆ ਕੇ ਤੁਹਾਨੂੰ 100% ਜਦੋਂ ਦੱਸ ਦਿੰਦੇ ਨੇ ਵੀ ਤੁਹਾਨੂੰ ਜਿਹੜੀ ਘਰ ਦੀ ਚਾਬੀਆਂ ਮਿਲਣੀਆਂ ਨੇ, ਸੇਮ ਡੇ ਤੁਹਾਨੂੰ ਚਾਬੀਆਂ ਮਿਲ ਜਾਂਦੀਆਂ ਨੇ। ਮੌਰਗੇਜ ਜਿਹੜੀ ਫਾਈਨਲ ਹੈਗੀ ਡਨ ਹੋ ਸਕਦੀ ਹੈਗੀ ਆ, ਤੁਹਾਡੀ ਹੁੰਦੀ ਹੈਗੀ ਆ, ਕੀਤੀਆਂ ਨੇ ਮੇਰੀਆਂ ਖੁਦ ਦੀਆਂ ਜਿਹੜੀ ਫਾਈਲ ਹੈਗੀਆਂ ਨੇ ਪ੍ਰੋਪਰਲੀ ਕੀਤੀਆਂ ਨੇ। ਪਹਿਲਾਂ ਤਾਂ ਜੀ ਮੈਂ ਤੁਹਾਡਾ ਬਹੁਤ ਧੰਨਵਾਦ ਕਰਦਾ ਜਿੰਨੀ ਆਪਣੀ ਫਾਈਲ ਕੀਤੀਆਂ ਨੇ ਪ੍ਰੋਪਰਲੀ ਔਨ ਟਾਈਮ ਦੇ ਉੱਤੇ ਜਿਹੜੀਆਂ ਹੈਗੀਆਂ ਨੇ, ਕਲਾਇੰਟ ਨੇ ਜਿਹੜੇ ਵੀ ਆਪਣੇ ਬੜੇ ਖੁਸ਼ ਨੇ, ਉਹ ਹੈਪੀ ਨੇ, ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਥੈਂਕ ਯੂ। ਮੈਨੂੰ ਮੈਂ ਆਪਣੇ ਆਪ ਨੂੰ ਲੱਕੀ ਸਮਝਦਾ ਜੀ। ਮੇਰੀ ਜਿੱਥੇ ਵੀ ਜਿੰਨੇ ਵੀ ਪ੍ਰੋਗਰਾਮ ਤੇ ਐਡ ਚੱਲਦੀ ਹੈ, ਮੋਸਟਲੀ ਫਾਈਲਾਂ ਮੇਰੇ ਕੋਲ ਆਉਂਦੀਆਂ ਜੀ, ਔਰ ਉਹਨਾਂ ਕੋਲ ਹੋਰ ਵੀ ਐਡਾਂ ਹੋਣਗੀਆਂ, ਪਰ ਮੇਰੇ ਕੋਲ ਮੋਸਟਲੀ ਫਾਈਲਾਂ ਆਉਂਦੀਆਂ। ਔਰ ਵਾਕਈ ਜਿਵੇਂ ਤੁਸੀਂ ਕਿਹਾ, ਮੇਰੀ ਕੋਸ਼ਿਸ਼ ਇਹ ਹੁੰਦੀ ਹੈ ਕਿ ਜਿਹੜਾ ਮੇਰੇ ਆਫਿਸ 'ਚ ਆ ਗਿਆ, ਜੇ ਮੈਂ ਤਾਂ ਕੋਈ ਫਾਇਦਾ ਨਹੀਂ ਕਰ ਸਕਦਾ ਤਾਂ ਘੱਟੋ ਘੱਟ ਨੁਕਸਾਨ ਨਾ ਹੋਣ ਦੇਵਾਂ। ਮੈਂ ਪਹਿਲਾਂ ਦੱਸ ਦੇਣਾ ਹੁੰਦਾ ਕਿ ਜੀ ਇਹ ਫਾਈਲ ਕਿੱਥੋਂ ਹੋਊ, ਕਿਵੇਂ ਹੋਊਗੀ। ਸੋ ਉਹ ਮੇਰੀ ਐਕਸਪਰਟੀ ਹੈ ਕਿ ਮੇਰੀ ਚੀਜ਼ ਦੇ ਵਿੱਚ ਐਕਸਪਰਟ ਹੋਣ ਕਰਕੇ ਮੈਨੂੰ ਇਹ ਚੀਜ਼ ਦਾ ਪਤਾ ਹੁੰਦਾ। ਜੀ ਸਹੀ ਗੱਲ ਹੈ ਜੀ। ਵਾਕਈ ਤੁਸੀਂ ਵੀ ਭਾਵੇਂ ਕੋਈ ਕਮਰਸ਼ੀਅਲ ਜਾਂ ਰੈਜ਼ੀਡੈਂਸ਼ੀਅਲ ਮੌਰਗੇਜ ਕਰਵਾਉਣੀ ਹੈਗੀ, ਕਿਉਂਕਿ ਅਸੀਂ ਬਾਰ-ਬਾਰ ਹਮੇਸ਼ਾ ਹੁੱਕਾ ਦਿੰਦੇ ਹੈਗੇ ਆ, ਹਮੇਸ਼ਾ ਤੁਹਾਨੂੰ ਅਸੀਂ ਸਹੀ ਗਾਈਡ ਕਰਦੇ ਹੈਗੇ, ਜੋ ਸਾਡਾ ਆਪਦਾ ਖੁਦ ਦਾ ਐਕਸਪੀਰੀਅੰਸ ਹੈਗਾ। ਤੁਸੀਂ ਪ੍ਰੋਫੈਸ਼ਨਲ ਜਿੱਥੇ ਆਫਿਸ ਬਣਿਆ ਹੋਇਆ ਹੈਗਾ, ਆਫਿਸ ਦੇ ਵਿੱਚ ਬਹੁਤ ਵੱਡਾ ਸਟਾਫ ਹੈਗਾ, ਵਧੀਆ ਕੰਪਨੀਆਂ ਨਾਲ ਕੰਮ ਕਰਦੇ ਹੈਗੇ ਨੇ, ਤੁਸੀਂ ਉਹਨਾਂ ਤੋਂ ਹੀ ਜਿਹੜੀਆਂ ਮੌਰਗੇਜ ਕਰਵਾਇਆ ਕਰੋ। ਤੇ ਵਾਕਈ ਤੁਸੀਂ ਰੀਅਲ ਸਟੇਟ ਦੀ, ਚਲੋ ਜੀ ਆਪਾਂ ਮੁੜ ਕੇ ਆਉਂਦੇ ਹੈਗੇ, ਇੰਟਰਸਟ ਰੇਟ ਬੜੇ ਪੈਨਿਕ ਨੇ ਲੋਕੀ ਕਿ ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਦੱਸਿਆ ਹੈਗਾ ਵੀ ਕੁਝ ਵੀ ਜਿਹੜਾ ਹੈਗਾ ਉੱਪਰ ਥੱਲੇ ਹੋ ਸਕਦਾ ਹੈਗਾ, ਪਰ ਜਿਹੜੀ ਰੀਅਲ ਸਟੇਟ ਦੇ ਵਿੱਚ ਹੈਗੀ ਆ, ਕਾਫੀ ਜਿਹੜੀਆਂ ਮਲਟੀਪਲ ਦੇ ਵਿੱਚ, ਜਿੱਦਾਂ ਅੱਜ ਤੋਂ 6 ਮਹੀਨੇ ਜਾਂ ਸਾਲ ਪਹਿਲਾਂ ਸੀਗੀਆਂ ਆਫਰਾਂ, ਉਦਾਂ ਹੀ 2-2 ਲੱਖ, 1.5 ਲੱਖ ਡਾਲਰ ਜਿਹੜੀਆਂ ਹੈਗੀਆਂ, 3-3 ਲੱਖ ਤੱਕ ਵੀ ਜਿਹੜੀਆਂ ਹੈਗੀਆਂ ਨੇ ਮਲਟੀਪਲ ਦੇ ਵਿੱਚ ਜਾ ਰਹੀਆਂ ਨੇ, ਉੱਪਰ ਆਫਰਾਂ ਜਾ ਰਹੀਆਂ ਨੇ। ਉਹਦੇ ਵਿੱਚ ਮੈਂ ਹੁਣ ਇੱਥੇ ਕੁਝ ਨਹੀਂ ਕਹਿਣਾ ਚਾਹੁੰਦਾ ਹੈਗਾ, ਜਿਹੜੇ ਸਾਡੇ ਰੀਅਲਟਰ ਹੈਗਾ ਭਾਈਚਾਰਾ ਹੈਗਾ, ਉਹ ਵੀ ਉਹਨਾਂ ਨੂੰ ਵੀ ਉਸ ਹਿਸਾਬ ਦੇ ਨਾਲ ਅਪਰੇਜ਼ਲ ਕਰਕੇ, ਘਰ ਦੀ ਵੈਲੂਏਸ਼ਨ ਕਰਕੇ ਹੈਗੇ, ਉਸ ਹਿਸਾਬ ਦੇ ਨਾਲ ਪ੍ਰਾਪਰਟੀ ਲਗਾਉਣੀ ਚਾਹੀਦੀ ਹੈ। ਕਈ ਵਾਰ ਪ੍ਰਾਪਰਟੀ 12-13 ਲੱਖ ਦੀ ਹੁੰਦੀ ਹੈਗੀ ਆ, 99 ਦੀ ਮਿਲੀਅਨ ਦੀ ਲਗਾ ਦਿੰਦੇ ਹੈਗੇ ਨੇ। ਬਿਲਕੁਲ ਜੀ, ਬਿਲਕੁਲ। ਉੱਥੇ ਵੀ ਲੋਕਾਂ ਨੂੰ ਹੁੰਦਾ ਵੀ ਚਲੋ ਸਾਨੂੰ ਮਿਲੀਅਨ ਦੀ ਮਿਲ ਜੂ, ਜਾਂ 10.5 ਦੀ ਮਿਲ ਜੂ, ਜਾਂ 1.1 ਦੀ ਮਿਲ ਜੂਗੀ, ਪਰ ਥੋੜੀ ਜੀ ਜੋ ਵੀ ਅਪਰੇਜ਼ਲ ਉਸ ਹਿਸਾਬ ਦੇ ਨਾਲ ਕਰਕੇ ਉਸ ਤਰ੍ਹਾਂ ਪ੍ਰਾਪਰਟੀ ਲਗਾਉਣੀ ਚਾਹੀਦੀ ਹੈ। ਪਰ ਰੀਸੈਂਟਲੀ ਕੈਸਲਮੋਰ ਅਤੇ ਹਾਈਵੇ 50 ਦੇ ਕੋਲ ਇੱਕ ਪ੍ਰਾਪਰਟੀ ਸੀਗੀ, ਉਹ $2,79,000 ਡਾਲਰ ਜਿਹੜੀ ਹੈਗੀ ਮਲਟੀਪਲ ਦੇ ਉੱਪਰ ਗਈ। ਸਿਰਫ ਉਹ ਸੈਮੀ ਡਿਟੈਚ ਘਰ ਸੀਗਾ ਜੀ, ਤੇ $2,79,000 ਡਾਲਰ ਜਿਹੜੀ ਉਹਦੀ ਉੱਪਰ ਗਈ ਹੈਗੀ, ਮਤਲਬ ਕਾਫੀ ਜ਼ਿਆਦਾ ਹੈਗਾ, ਵੱਡੀ ਮਾਤਰਾ ਦੇ ਵੱਡਾ ਉੱਪਰ ਛਾਲ ਵੱਜੀ ਹੈਗੀ ਆ। ਬਟ ਆਉਣ ਵਾਲੇ ਸਮੇਂ ਤੇ ਜਿੱਦਾਂ ਭੁੱਲਰ ਸਾਹਿਬ ਨੇ ਦੱਸਿਆ ਹੈਗਾ ਵੀ ਕੁਝ ਵੀ ਜਿਹੜਾ ਹੈਗਾ ਹੋ ਸਕਦਾ ਜੀ। ਗੱਲ ਕਰਦੇ ਹੈਗੇ ਆ ਲਾਸਟ ਮਿੰਟ ਦੇ ਉੱਤੇ ਆ ਕੇ, ਕਈ ਵਾਰ ਮੌਰਗੇਜ ਨਹੀਂ ਹੁੰਦੀ ਹੈਗੀ, ਤੇ ਉੱਥੇ ਲੋਕਾਂ ਨੂੰ ਜਾਂ ਜਿਹੜੇ ਕਲਾਇੰਟ ਨੇ ਉਹਨਾਂ ਨੂੰ ਕਿੱਦਾਂ ਸਾਵਧਾਨ ਰਹਿਣਾ ਚਾਹੀਦਾ ਹੈਗਾ ਜੀ? ਹਾਂ ਬਿਲਕੁਲ ਜੀ। ਲਾਸਟ ਮਿੰਟ ਤੇ ਪਹਿਲੀ ਗੱਲ ਤਾਂ ਇਹ ਹੁੰਦੀ ਹੈ, ਤੁਸੀਂ ਇਹ ਚੀਜ਼ ਨੋਟ ਕਰੋ ਕਿ ਲਾਸਟ ਮਿੰਟ ਤੇ ਗਈ ਕਿਉਂ ਜਾਣਾ ਪਿਆ ਸੋ ਲਾਸਟ ਮਿੰਟ ਤੇ। ਜਿਹੜਾ ਐਕਸਪਰਟ ਹੁੰਦਾ ਹੈ, ਐਕਸਪਰਟ ਨੂੰ ਪਹਿਲੇ ਦਿਨ ਤੋਂ ਹੀ ਪਤਾ ਹੁੰਦਾ ਹੈ। ਟੱਚਵੁੱਡ ਮੈਂ ਔਨ ਦੀ ਏਅਰ ਕਹਿ ਰਿਹਾ, ਮੇਰੀ ਕਦੇ ਵੀ ਫਾਈਲ ਡਿਕਲਾਈਨ ਨਹੀਂ ਹੋਈ ਅਜੇ ਤੱਕ ਜੀ, ਕਿਉਂਕਿ ਮੈਨੂੰ ਡੇ 1 ਤੋਂ ਹੀ ਪਤਾ ਹੁੰਦਾ। ਮੈਂ ਜਦੋਂ ਫਾਈਲ ਆਉਂਦੀ ਹੈ ਮੇਰੇ ਕੋਲ, ਫਾਈਲ ਮੈਂ ਚੈੱਕ ਕਰਦਾ, ਫਾਈਲ ਦੇਖਦਾ, ਮੈਂ ਸਾਰੇ ਜਿਹੜੇ ਕੁਐਸਚਨ ਹੁੰਦੇ ਮੈਂ ਰਾਈਟ ਵੀ ਉਹਨਾਂ ਨੂੰ ਪੁੱਛਦਾ। ਪਹਿਲਾ ਕੁਐਸਚਨ ਨੂੰ ਪੁੱਛ ਕੇ ਮੈਂ ਉੱਥੇ ਮਾਰਕ ਕਰਕੇ ਮੈਂ ਉਹਨੂੰ ਉਹਦੀ ਦੱਸ ਦਿੰਦਾ ਕਿ ਜੀ ਤੁਹਾਡੀ ਫਾਈਲ ਫਲਾਣੇ ਅਕਾਊਂਟ ਥਾਂ ਤੋਂ ਹੋ ਸਕਦੀ ਹੈ। ਬਹੁਤ ਸਾਰੇ ਸੱਜਣ ਹੈ, ਸੁਣਦੇ ਵੀ ਹੋਣਗੇ ਆਪਾਂ ਨੂੰ, ਕਿ ਤੁਹਾਡਾ ਉਸ ਬੈਂਕ ਦੇ ਵਿੱਚ ਹੀ ਅਕਾਊਂਟ ਹੈ, ਉਸ ਬੈਂਕ 'ਚ ਹੀ ਤੁਹਾਡੀ ਮੌਰਗੇਜ ਅਪਲਾਈ ਕਰ ਦਿੱਤੀ, ਤੇ ਜਦੋਂ ਬਾਅਦ 'ਚ ਪਤਾ ਲੱਗਿਆ ਕਿ ਉੱਥੋਂ ਡਿਕਲਾਈਨ ਹੋ ਗਈ। ਡਿਕਲਾਈਨ ਤਾਂ ਹੋਣੀ ਸੀ, ਕਿਉਂਕਿ ਉੱਥੇ ਹੀ ਤੁਹਾਡਾ ਅਕਾਊਂਟ ਹੈ। ਅਕਾਊਂਟ ਦੇ ਵਿੱਚ ਇਹ ਹੁੰਦਾ ਹੈਗਾ ਗਿੱਲ ਸਾਹਿਬ ਕਿ ਅਸੀਂ ਜਦੋਂ ਉਹਨੂੰ ਇਨਫੋਰਮੇਸ਼ਨ ਦਿੰਦੇ ਆ, ਅਸੀਂ ਕਦੇ ਵੀ ਐਕੂਰੇਟ ਇਨਫੋਰਮੇਸ਼ਨ ਨਹੀਂ ਦਿੰਦੇ ਜੀ। ਹੁਣ ਸਪੋਜ਼ ਕਰੋ ਤੁਸੀਂ ਗਏ ਅਕਾਊਂਟ ਉੱਥੇ ਬੈਂਕ ਦੇ ਵਿੱਚ, ਟਾਈਲਰ ਜਿਹੜੀ ਕਾਊਂਟਰ ਤੇ ਖੜੀ ਹੈ, ਉਹਨੇ ਤੁਹਾਨੂੰ ਕਿਹਾ ਵੀ ਤੁਹਾਡਾ ਅਕਾਊਂਟ ਅਪਡੇਟ ਕਰ ਦਈਏ, ਤੁਹਾਡੀ ਇਨਫੋਰਮੇਸ਼ਨ ਅਪਡੇਟ ਨਹੀਂ। ਕਿੰਨੀ ਇਨਕਮ ਹੈ ਜੀ, ਤੁਸੀਂ ਉਦੋਂ ਵਰਬਲੀ ਕਹਿਤਾ ਜੀ 20,000 ਜੀ, ਜਦੋਂ ਕਿ ਤੁਹਾਡੀ ਹੈ ਨਹੀਂ, ਹੈ ਤੁਹਾਡੀ 60 ਜਾਂ 80। ਆਪਾਂ ਨੂੰ ਵੈਸੇ ਆਦਤ ਹੁੰਦੀ, ਜਾਂ ਘੱਟ ਦੱਸਣੀ, ਕਾਹਨੂੰ ਪੂਰੀ ਦੱਸਣੀ ਹੈ। ਹੁਣ ਉਹਨਾਂ ਨੇ ਉਹ ਨੋਟ ਕਰਕੇ ਰੱਖ ਲਈ, ਜਿੱਥੇ ਤੁਸੀਂ ਮੌਰਗੇਜ ਵਾਸਤੇ ਅਪਲਾਈ ਕਰਨਾ ਹੈ, ਤੁਹਾਡੀ ਐਕਚੁਅਲ ਇਨਕਮ ਦਾ 60,000 ਹੈ, ਅਸੀਂ 60,000 ਭੇਜਤੀ, ਉਹਨੇ ਸਿਸਟਮ ਦੇ ਵਿੱਚ ਚੈੱਕ ਕਰਨਾ ਕਿ ਸਿਸਟਮ ਵਿੱਚ 20 ਹੈ ਜੀ। ਤੁਸੀਂ ਉਦੋਂ ਝੂਠ ਬੋਲਦੇ ਕਿ ਹੁਣ ਝੂਠ ਬੋਲਦੇ ਹੋ, ਸੋ ਨੈਚੁਰਲੀ ਮੌਰਗੇਜ ਡਿਕਲਾਈਨ ਹੋਣੀ ਹੈ। ਫਿਰ ਦੂਜੇ ਨੰਬਰ ਤੇ ਹੁੰਦਾ ਹੈਗਾ ਕਿ ਤੁਸੀਂ ਉੱਥੇ ਅੱਧੇ ਕੁਐਸਚਨ ਪੁੱਛੇ ਕਿ ਤੁਹਾਡੇ ਕੋਲ ਕਾਰ ਲੋਨ ਹੈਗਾ, ਕਿੰਨੇ ਦੀ ਮੌਰਗੇਜ, ਤੁਹਾਡੇ ਕੋਲ ਪਹਿਲਾਂ ਕਿੰਨੀਆਂ ਮੌਰਗੇਜ ਹੈ, ਕਿਹੜੀ ਬੈਂਕ ਨਾਲ ਮੌਰਗੇਜ ਸੀ, ਪਹਿਲਾਂ ਤੁਹਾਡੀ ਉਸ ਬੈਂਕ ਦੇ ਵਿੱਚੋਂ ਹੀ ਮੌਰਗੇਜ ਡਿਸਚਾਰਜ ਹੋਈ ਹੈ, ਤੁਸੀਂ ਦੁਬਾਰਾ ਉਸ 'ਚ ਫੇਰ ਫਾਈਲ ਲਾਤੀ,
ਜੀ। ਸੋ ਇਹ ਚੀਜ਼ਾਂ ਇੱਕ ਐਕਸਪਰਟ ਨੂੰ ਪਤਾ ਹੁੰਦਾ ਹੈ। ਜਦੋਂ ਤੁਸੀਂ ਐਕਸਪਰਟ ਹੁੰਦੇ ਹੋ ਤੁਹਾਨੂੰ ਇਹ ਚੀਜ਼ਾਂ ਦਾ ਪਤਾ ਹੁੰਦਾ ਹੈ। ਜਿੰਨੇ ਤੁਸੀਂ ਐਕਸਪਰਟ ਨਹੀਂ ਇਹ ਚੀਜ਼ਾਂ ਦੇ ਵਿੱਚ ਤੁਹਾਨੂੰ ਇਹ ਚੀਜ਼ਾਂ ਦਾ ਪਤਾ ਹੀ ਨਹੀਂ ਹੁੰਦਾ। ਇਸ ਕਰਕੇ ਲਾਸਟ ਮਿੰਟ ਤੇ ਆ ਕੇ ਤੁਹਾਨੂੰ ਸਰਪ੍ਰਾਈਜ਼ ਮਿਲਦਾ ਹੈ ਕਿ ਜੀ ਤੁਹਾਡੀ ਫਾਈਲ ਡਿਕਲਾਈਨ ਹੋ ਗਈ। ਐਕਚੁਅਲ ਦੇ ਵਿੱਚ ਤਾਂ ਜੇ ਸੱਚ ਪੁੱਛੋ ਮੈਂ ਆਉਂਦੀ ਕਹਿਣਾ ਉਹਨਾਂ ਨੂੰ ਪਹਿਲੇ ਦਿਨ ਤੋਂ ਹੀ ਪਤਾ ਹੁੰਦਾ ਹੈ ਕਿ ਫਾਈਲ ਨਹੀਂ ਨਿਕਲਣੀ ਜੀ। ਸਿਰਫ ਖਿੱਚ ਕੇ ਸਾਨੂੰ ਉਸ ਦਿਨ ਤੇ ਲਿਆਂਦਾ ਜਾਂਦਾ ਹੈਗਾ। ਕਈ ਵਾਰੀ ਆਉਂਦੀ ਹੈ ਤੁਹਾਨੂੰ ਦੱਸਿਆ ਜਾਂਦਾ ਜੀ ਸਾਨੂੰ ਇੰਨਾ ਇੰਟਰਸਟ ਰੇਟ ਮਿਲਦਾ ਹੈਗਾ। ਜਦੋਂ ਕਿ ਇੰਟਰਸਟ ਬਾਅਦ 'ਚ ਦੱਸਿਆ ਜਾਂਦਾ ਹੈ ਕਿ ਜੀ ਸਾਰਿਆਂ ਵਾਸਤੇ ਨਹੀਂ ਜੀ, ਕੁਛ ਕੁ ਵਾਸਤੇ ਹੀ ਹੈ ਜੀ। ਹਨਾ। ਉੱਥੇ ਤੁਸੀਂ ਇਹ ਗੱਲ ਕਹੋ ਹੀ ਨਾ, ਕੀ ਲੋੜ ਹੈ ਕਹਿਣ ਦੀ। ਸਮਝੇ ਗੱਲ, ਤੁਸੀਂ ਉਹ ਫਾਈਲ ਨੂੰ ਉਦੋਂ ਹੀ ਦੱਸ ਦਿਓ ਕਿ ਕੁਝ ਨਹੀਂ ਫਰਕ ਪੈਣ ਲੱਗਿਆ। ਕੰਮ ਤੁਹਾਨੂੰ ਜਿਹੜਾ ਮਿਲਣਾ ਉਹ ਮਿਲਣਾ ਹੀ ਮਿਲਣਾ ਹੈ, ਜਿਹੜਾ ਤੁਹਾਨੂੰ ਪਰਮਾਤਮਾ ਨੇ ਦੇਣਾ ਉਹ ਦੇਣਾ ਹੀ ਦੇਣਾ ਹੈ ਜੀ। ਸੋ ਮੈਂ ਤੁਹਾਨੂੰ ਆਉਂਦੀ ਹੈ ਕਹਿੰਦਾ ਮੈਂ ਤੁਸੀਂ ਮੇਰੇ ਕੋਲ ਆਉਣੇ ਆਫਿਸ ਦੇ ਵਿੱਚ, ਮੈਂ ਉਹਨੂੰ ਸਟੋ ਕੇ ਦੱਸ ਦੇਣਾ ਜੀ ਇੰਨਾ ਹੋਊਗਾ, ਤੁਸੀਂ ਮੈਥੋਂ ਕੰਮ ਕਰਾਉਣਾ ਮੈਥੋਂ ਕਰਵਾ ਲਓ। ਜੇ ਕੋਈ ਮੈਨੂੰ ਫੋਨ ਆਉਂਦੀ ਬਾਹਰ ਸਾਡੀ ਫਾਈਲ ਕਿਤੇ ਚੱਲਦੀ ਹੈ ਮੈਂ ਕਦੇ ਨਾਂ ਨਹੀਂ ਪੁੱਛਦਾ, ਮੈਂ ਕਹਿੰਦਾ ਕੋਈ ਗੱਲ ਨਹੀਂ ਉਹਨਾਂ ਤੋਂ ਨਹੀਂ ਹੁੰਦੀ ਤੁਹਾਨੂੰ ਦੱਸ ਦਿਓ ਕਿ ਇੱਦਾਂ ਕਰ ਲਓ ਇਹ ਫਾਈਲ ਹੋ ਜੂਗੀ। ਜੀ ਵਾਕਈ ਸਹੀ ਗੱਲ ਹੈ ਜੀ। ਹਮੇਸ਼ਾ ਤੁਹਾਨੂੰ ਜਿਹੜਾ ਅਪ ਫਰੰਟ ਪਹਿਲਾਂ ਦੱਸ ਦਿੰਦੇ ਨੇ, ਪਰ ਇੱਕ ਵਾਰੀ ਤੁਹਾਨੂੰ ਮੀਟਿੰਗ ਆਫਿਸ ਦੇ ਵਿੱਚ ਜਾ ਕੇ ਕਰਨੀ ਪੈਣੀ ਹੈਗੀ ਆ। ਤੁਸੀਂ ਪ੍ਰੀ ਅਪਰੂਵ ਮਾਰਗੇਜ ਕਰਵਾਉਣੀ ਹੈਗੀ ਆ। ਤੁਸੀਂ ਤੁਹਾਡੀ ਕਲੋਜ਼ਿੰਗ 6 ਮਹੀਨੇ ਤੱਕ ਆ ਜਾਂ ਸਾਲ ਤੱਕ ਹੈਗੀ ਆ, ਜਾਂ ਤੁਹਾਡੀ ਕਿਸੇ ਪਾਸਿਓਂ ਕੋਈ ਡਿਕਲਾਈਨ ਹੋ ਗਈ ਹੈ, ਮਾਰਗੇਜ ਨਹੀਂ ਹੋ ਰਹੀ ਹੈਗੀ, ਤਾਂ ਤੁਹਾਨੂੰ ਬਹੁਤ ਹੀ ਵਧੀਆ ਜਿਹੜੇ ਇੰਟਰਸਟ ਰੇਟ ਦਿਵਾਉਂਦੇ ਨੇ ਤੇ ਤੁਹਾਡੀ ਮਾਰਗੇਜ ਆ ਜਿਹੜੀ ਪੂਰਾ ਵਾਅਦਾ ਕਰਦੇ ਨੇ, ਪ੍ਰੋਮਿਸ ਕਰਦੇ ਨੇ ਤੁਹਾਡੇ ਨਾਲ ਜਿਹੜੀ ਕਰਵਾ ਕੇ ਦੇਣਗੇ। ਤੇ ਲਾਸਟ ਮਿੰਟ ਦੇ ਉੱਤੇ ਕਲੋਜ਼ਿੰਗ ਕਈ ਵਾਰ ਪ੍ਰੋਸੈਸ ਨਹੀਂ ਹੁੰਦੀ ਹੈਗੀ ਜੀ, ਇਹਦਾ ਕੀ ਪ੍ਰੋਬਲਮ ਹੈਗੀ ਆ? ਹਾਂ ਬਿਲਕੁਲ ਜੀ, ਉਹੀ ਕੁਐਸਚਨ ਜਿਹੜਾ ਪਹਿਲਾਂ ਆਪਾਂ ਕਰਦੇ ਸੀਗੇ ਕਿ ਉਹਨਾਂ ਨੇ ਪ੍ਰਪੇਅਰ ਨਹੀਂ ਕੀਤੇ ਹੋਏ ਡਾਕੂਮੈਂਟ। ਫਿਰ ਕਈ ਵਾਰੀ ਕੀ ਹੁੰਦਾ ਹੈ ਕਿ ਤੁਹਾਨੂੰ ਪਤਾ ਨਹੀਂ ਇਹ ਕਿਹੜੀ ਬੈਂਕ 'ਚ ਹੋਣੀ ਹੈ। ਇੱਕ ਜੋ ਡਿਕਲਾਈਨ ਹੋ ਗਈ ਦੂਜੀ ਚਲੀ ਗਈ, ਦੂਜੀ ਡਿਕਲਾਈਨ ਹੋ ਗਈ ਤੀਜੇ ਚਲੇ ਗਏ। ਤੁਸੀਂ ਸਾਰੀਆਂ ਬੈਂਕਾਂ 'ਚ ਟਰਾਈ ਕਰ ਲੈਂਦੇ ਹੋ। ਜਦੋਂ ਤੁਹਾਡੇ ਅਕਾਊਂਟ ਜਿਹੜਾ ਤੁਹਾਡਾ ਕ੍ਰੈਡਿਟ ਹੈ ਉਹ ਤੇ 3 ਹਿੱਟ ਹੋ ਗਈਆਂ, 3 ਵਾਰੀ ਚੈੱਕ ਹੋਇਆ ਕ੍ਰੈਡਿਟ, ਚੌਥੀ ਬੈਂਕ ਕਦੇ ਮੌਰਗੇਜ ਨਹੀਂ ਕਰੂਗੀ, ਗਾਰੰਟੀ ਹੈ ਜੀ। ਤੀਜੀ ਤੇ ਆਊਟ ਹੋ ਗਿਆ ਜੀ ਤੁਸੀਂ, ਤਾਂ ਤੁਸੀਂ ਫਲੈਗ ਲੱਗ ਗਿਆ, ਫਿਰ ਫਲੈਗ ਲੱਗ ਗਿਆ, ਕਿਉਂਕਿ ਉਹਦੇ ਤੇ ਕਿਤੇ ਵੀ ਲਿਖਿਆ ਨਹੀਂ ਹੁੰਦਾ ਕਿ ਕਿਉਂ ਹੋਇਆ। ਪਰ ਸਪੋਜ਼ ਕਰ ਲਓ ਤੁਸੀਂ ਕੋਈ ਚੀਜ਼ ਲੈਣੀ ਹੈ, ਤੁਸੀਂ ਪਹਿਲਾਂ ਸਟੋਰ A ਤੇ ਚਲੇ ਗਏ, ਸਟੋਰ B ਤੇ ਚਲੇ ਗਏ, ਸਟੋਰ C ਤੇ ਚਲੇ ਗਏ। ਉਹ ਜੋ D ਕੋਲ ਜਾਓਗੇ ਤਾਂ ਉਹਨੇ ਪਹਿਲਾਂ ਹੀ ਡੋਰ ਬੰਦ ਕਰ ਦੇਣਾ ਕਿ ਇਹ ਕੋਈ ਚੀਜ਼ ਲੱਭਦਾ ਫਿਰਦਾ ਹੈ, ਪਰ ਇਹ ਉਹਦੇ ਏਬਲ ਨਹੀਂ ਹੈਗਾ, ਕੈਪੇਬਲ ਨਹੀਂ ਹੈਗਾ ਉਹ ਚੀਜ਼ ਲੈਣ ਦੀ ਟਰਾਈ ਕਰ ਰਿਹਾ ਜੀ। ਸੋ ਉਹਨੇ ਕੀ ਕਰਨਾ, ਤੁਹਾਨੂੰ ਉਹਨੇ ਜਾਂਦੇ ਦਰਵਾਜ਼ੇ ਬੰਦ ਕਰਕੇ ਉਹਨੇ ਕਹਿਣਾ ਸੌਰੀ ਮੇਰੇ ਕੋਲ ਹੈ ਨਹੀਂ, ਫਿਰ ਤੁਹਾਨੂੰ ਪ੍ਰਾਈਵੇਟ ਤੇ ਜਾਣਾ ਪੈਂਦਾ। ਸੋ ਜੇ ਤੁਸੀਂ ਬਾਈ ਚਾਂਸ ਲਾਸਟ ਮਿੰਟ ਤੇ ਆ ਕੇ ਡਿਕਲਾਈਨ ਹੋ ਗਈ ਤਾਂ ਪੈਨਿਕ ਹੋਣ ਦੀ ਲੋੜ ਨਹੀਂ ਹੁੰਦੀ। ਸਾਰਿਆਂ ਨਾਲੋਂ ਵੱਡੀ ਗੱਲ ਤੇ ਅਸੀਂ ਪੈਨਿਕ ਹੋ ਜਾਂਦੇ ਹਾਂ। ਉਦੋਂ ਫਿਰ ਅਸੀਂ ਕਹਿੰਦੇ ਭਾਜੀ ਜਿਵੇਂ ਵੀ ਹੁੰਦਾ ਜੋ ਵੀ ਹੁੰਦਾ ਕਰਵਾ ਦਿਓ, ਸਾਡੀ ਮੌਰਗੇਜ ਨਹੀਂ। ਉਦੋਂ ਕਦੇ ਵੀ ਪੈਨਿਕ ਨਾ ਹੋ, ਜਸਟ ਟੇਕ ਅ ਸਟੈਪ ਬੈਕ, ਆਰਾਮ ਨਾਲ ਬੈਠੋ, ਰਿਲੈਕਸ ਹੋ, ਕੁਛ ਨਹੀਂ ਹੋਣ ਲੱਗਿਆ, ਕੋਈ ਉਤੋਂ ਸਮਾਨ ਨਹੀਂ ਡਿੱਗਣ ਲੱਗਿਆ। ਕਲੋਜ਼ਿੰਗ ਹੋਊਗੀ, ਤੁਹਾਨੂੰ ਐਕਸਟਰਾ ਕਾਸਟ ਹੋ ਥੋੜੀ ਜੀ ਮਿਲ ਜੂਗੀ ਤੁਹਾਨੂੰ, ਕੋਈ ਏਦਾਂ ਨਹੀਂ ਹੁੰਦਾ। ਜਿਹੜਾ ਸਿਆਣਾ ਸੈਲਰ ਹੈ ਜੀ ਉਹ ਕਦੇ ਵੀ ਐਕਸਟੈਂਸ਼ਨ ਦੇਣ ਤੋਂ ਨਾ ਨਹੀਂ ਕਰਦਾ ਜੀ। ਉਹ ਹਮੇਸ਼ਾ ਕਹਿੰਦਾ ਵੀ ਚੱਲ ਕੋਈ ਨਹੀਂ ਤੁਹਾਨੂੰ ਐਕਸਟੈਂਸ਼ਨ ਦੇਣਾ, ਤੁਸੀਂ ਆਪਣਾ ਇੰਤਜ਼ਾਮ ਕਰ ਲਓ ਤੇ ਆਪਾਂ ਕਲੋਜ਼ ਕਰ ਲੈਂਦੇ ਹਾਂ। ਜਿਹੜੇ ਕਈ ਵਾਰੀ ਕੀ ਹੁੰਦਾ ਗ੍ਰੀਡੀ ਕਹਿੰਦੇ ਆਪਾਂ ਲਾਲਚੀ ਕਿਸਮ ਦੇ ਸੈਲਰ ਹੁੰਦੇ ਆ, ਉਹਨੂੰ ਫਿਰ ਇਹ ਹੁੰਦਾ ਕਿ ਹੁਣ ਵੱਧ ਪੈਸਾ ਬਣਾ ਕੇ ਫਸਿਆ ਬੰਦਾ, ਕਦੇ ਵੀ ਫਸੇ ਦਾ ਫਾਇਦਾ ਨਾ ਉਠਾਓ, ਉਹ ਤੁਹਾਡਾ ਉਹ ਵੀ ਨਿਕਲ ਜਾਣਾ। ਤਾਂ ਇਸ ਕਰਕੇ ਉਦੋਂ ਤੁਸੀਂ ਉਹਨਾਂ ਆਰਾਮ ਨਾਲ ਬਹਿ ਕੇ ਗੱਲ ਕਰੋ, ਨੈਗੋਸ਼ੀਏਟ ਕਰੋ ਕਿ ਦੇਖੋ ਸਾਨੂੰ 2 ਦਿਨ 4 ਦਿਨ ਦੀ, ਇੱਕ ਕਦੇ ਵੀ ਜ਼ਿੰਦਗੀ ਦੇ ਵਿੱਚ 1 ਜਾਂ 2 ਦਿਨ ਦੀ ਐਕਸਟੈਂਸ਼ਨ ਲਓ ਜੀ। ਜਦੋਂ ਤੁਸੀਂ ਪੇ ਹੀ ਕਰਨਾ ਫਿਰ 2 ਦਿਨ ਦੀ ਐਕਸਟੈਂਸ਼ਨ ਲਓ ਜੀ। ਅਸੀਂ ਕੀ ਕਰਦੇ ਹਾਂ ਜੀ, ਭਾਜੀ ਮੈਨੂੰ ਬਹੁਤ ਫੋਨ ਆਉਂਦੇ ਆ, ਭਾਜੀ 1 ਦਿਨ ਦੀ ਐਕਸਟੈਂਸ਼ਨ ਮਿਲ ਗਈ ਸੀ ਹੁਣ ਕੀ ਕਰੀਏ। ਜੇ ਕੱਲ ਨਹੀਂ ਹੋਇਆ ਤਾਂ ਅੱਜ ਕੀ ਹੋ ਜਾਊਗਾ ਜੀ। ਸਹੀ ਹੈ, ਸਮਝੇ ਗੱਲ। ਰਾਤ ਨੂੰ ਸੋਚਦੇ ਹੋ ਟਾਈਮ ਨਾ ਕਿ 10 ਵਜੇ ਤਾਂ ਆਫਿਸ ਖੁੱਲੂਗਾ, 4 ਵਜੇ ਨੂੰ ਬੰਦ ਹੋਣੇ, ਘੰਟੇ ਤੁਹਾਡੇ ਕੋਲ 6 ਆ ਸਾਰੇ 6 ਘੰਟੇ ਕੀ ਕਰ ਲਓਗੇ ਤੁਸੀਂ। ਸੋ 2 ਮਹੀਨਿਆਂ ਦੀ ਐਕਸਟੈਂਸ਼ਨ ਲਓ। ਨੰਬਰ 2 ਤੇ ਜੇ ਤੁਹਾਨੂੰ ਪ੍ਰਾਈਵੇਟ ਮੌਰਗੇਜ ਲੈਣੀ ਪੈਗੀ ਤਾਂ ਘੱਟੋ ਘੱਟ 6 ਮਹੀਨੇ ਦੀ ਮੌਰਗੇਜ ਲਓ ਜੀ। 6 ਮਹੀਨੇ ਘੱਟ ਕਦੇ ਮੌਰਗੇਜ ਲਓ, ਕਿਉਂਕਿ ਤੁਹਾਨੂੰ ਪਤਾ ਹੋਣਾ ਚਾਹੀਦਾ ਜਿਹੜੀ ਮੌਰਗੇਜ ਅੱਜ ਨਹੀਂ ਹੋਈ ਤੇ ਆਉਣ ਵਾਲੇ 30 ਦਿਨਾਂ 'ਚ ਮੌਰਗੇਜ ਨਹੀਂ ਹੋਣੀ। ਉਹ ਤੁਹਾਨੂੰ 90 ਡੇਜ਼ ਵੇਟ ਕਰਨੀ ਪੈਣੀ ਹੈ। ਔਰ ਤੁਹਾਡੇ ਬ੍ਰੋਕਰ ਨੂੰ ਕਹੋ ਕਿ ਭਾਈ 90 ਡੇਜ਼ ਵੇਟ ਕਰ, ਆਫਟਰ 90 ਡੇਜ਼ ਇਹਨੂੰ ਤੂੰ ਕਿਸੇ ਵੀ ਬੈਂਕ 'ਚ ਲਾਈ, ਕੁਝ ਵੀ ਕਰੀ, ਪਰ ਉਦੋਂ ਪਹਿਲਾਂ ਲਾਈ। ਜਦੋਂ ਪਹਿਲਾਂ ਲਾਏਗਾ ਤਾਂ ਨੈਚੁਰਲੀ ਡਿਕਲਾਈਨ ਹੋਊਗੀ, ਕਿਉਂਕਿ ਤੁਸੀਂ ਜਦੋਂ ਬੈਂਕ ਨੂੰ ਅਸੀਂ ਬੈਂਕ ਫਾਈਲ ਲਾਉਂਦੇ ਹਾਂ, ਜਦੋਂ ਅਸੀਂ ਟੋਟਲੀ ਫਰੈਸ਼ ਕਰਕੇ ਲਾਉਂਦੇ ਹਾਂ ਕਿ ਅਸੀਂ ਜਿਹੜੇ ਪਿਛਲੀਆਂ ਸਟੇਟਮੈਂਟ ਹੈ ਸਭ ਕਲੀਨ ਹੋ ਗਈਆਂ। ਹੁਣ ਅਸੀਂ 30 ਦਿਨ ਲੰਘੇ, ਬੈਂਕ ਨੇ 90 ਦਿਨਾਂ ਦੀ ਸਾਡੇ ਤੋਂ ਇਹ ਹਿਸਟਰੀ ਲੈਣੀ ਹੈ, ਅਸੀਂ 90 ਦਿਨ ਦੀ ਹਿਸਟਰੀ ਦੇ ਕੇ ਬੈਂਕ ਦੀ ਫਾਈਲ ਲਾਉਣੀ ਹੈ ਤੇ ਅਪਰੂਵ ਹੋ ਜਾਣੇ ਜੀ। ਹੁਣ ਹੈਗੀ ਗੱਲ ਜੀ, ਜਿਹੜਾ ਆਪਣੇ ਅਪਰੇਜ਼ਲ ਜਿਹੜੀ ਕਈ ਪ੍ਰਾਪਰਟੀ ਦੀ ਬਹੁਤ ਘੱਟ ਆਉਂਦੀ ਹੈਗੀ ਅਪਰੇਜ਼ਲ। ਚਲੋ ਜੇ ਮਿਲੀਅਨ ਦਾ ਘਰ ਹੈਗਾ ਉਹਦੀ ਅਪਰੇਜ਼ਲ ਜਿਹੜੀ 9 ਲੱਖ ਆ ਗਈ ਜਾਂ 9.5 ਲੱਖ ਆ ਗਈ ਆ ਉਹਦੀ ਅਪਰੇਜ਼ਲ, ਤੇ ਜਿਹੜਾ ਸ਼ਾਰਟਫਾਲ ਹੈਗਾ ਵਿੱਚੋਂ ਜਿਹੜਾ ਘਟ ਰਿਹਾ ਹੈਗਾ, ਉਹ ਫਿਰ ਕਲਾਇੰਟ ਕਿੱਥੋਂ ਪੈਸਾ ਉਹ ਪੈਦਾ ਕਰਨ? ਹਾਂ ਬਿਲਕੁਲ ਜੀ। ਪਹਿਲਾਂ ਤਾਂ ਮੈਂ ਇਹ ਦੱਸ ਦੇਣਾ ਕਿ ਸ਼ਾਰਟਫਾਲ ਆਉਂਦਾ ਕਿਉਂ ਹੈ। ਜਿਵੇਂ ਤੁਸੀਂ ਪਹਿਲਾਂ ਸਟਾਰਟਿੰਗ 'ਚ ਕਿਹਾ ਸੀ ਕਿ ਘਰ ਲੱਗਿਆ ਸੀਗਾ ਇੱਧਰ ਕੋਈ ਤੇ ਉਹ ਆਲਮੋਸਟ $1 ਲੱਖ ਉੱਪਰ ਜਾ ਕੇ ਵਿਕਿਆ ਜੀ, ਉਹਦੀ ਅਪਰੇਜ਼ਲ ਨਹੀਂ ਆਉਣੀ ਜੀ। ਇਹ ਮੈਂ ਪਹਿਲਾਂ ਦੱਸ ਦੇਣਾ, ਉਹਦੀ ਅਪਰੇਜ਼ਲ ਨਹੀਂ ਆਉਣੀ। ਉਹਦੀ ਅਪਰੇਜ਼ਲ ਜਿਹੜੀ ਪ੍ਰਾਈਸ ਤੇ ਲੱਗਿਆ ਸੀ ਘਰ ਉਹੀ ਆਊਗੀ। ਸੋ ਉਹ ਤੁਸੀਂ ਜਿਹੜਾ 2 ਲੱਖ ਉੱਪਰਲਾ ਉਹ ਰੈਡੀ ਰੱਖੋ, ਉਹ ਤੁਹਾਨੂੰ ਚਾਹੀਦਾ ਹੈ। ਫਿਰ ਹੈ ਕਿ ਸੌਖਾ ਇਹਦਾ ਕੀ ਤਰੀਕਾ ਹੈ? ਇਹਦਾ ਸੌਖਾ ਤਰੀਕਾ ਇਹ ਹੈ ਕਿ ਜਦੋਂ ਤੁਸੀਂ ਘਰ ਤੇ ਆਫਰ ਪਾਈ ਹੈ ਉਹ ਤੋਂ 5 ਦਾ ਟਾਈਮ ਲਓ, ਨਾਲ ਦੀ ਅਪਰੇਜ਼ਲ ਕਰਾ ਲਓ, ਉਹਦੀ ਅਪਰੇਜ਼ਲ ਕਰਾ ਲਓ।
ਅਪਰੇਜ਼ਲ ਕਰਾ ਕੇ ਤੁਹਾਨੂੰ ਐਟਲੀਸਟ ਪਤਾ ਹੋ ਜੂ ਕਿ ਮੈਨੂੰ ਕਿੰਨੇ ਫੰਡ ਚਾਹੀਦੇ ਆ। ਇੱਕ ਅੱਜ ਕੱਲ੍ਹ ਗਿੱਲ ਸਾਹਿਬ ਨਵੀਂ ਚੀਜ਼ ਹੋ ਗਈ ਕਿ ਪਹਿਲਾਂ ਸੀਗੀਆਂ ਬੈਂਕਾਂ 80% ਤੱਕ ਈਜ਼ੀ ਆਰਾਮ ਨਾਲ ਮੌਰਗੇਜ ਦੇ ਦਿੰਦੀਆਂ ਸੀਗੀਆਂ ਕਿ ਕੋਈ ਵੀ ਤੁਸੀਂ ਬਿਲਡਰ ਤੋਂ ਬੁੱਕ ਕਰਾਏ ਕਿਤੋਂ ਵੀ ਕਰਾਏ 80% ਤੱਕ। ਕਈ ਤਾਂ ਬਿਲਡਰ ਦੀਆਂ ਇਹੋ ਜਿਹੀਆਂ ਪ੍ਰਾਪਰਟੀਆਂ ਅਸੀਂ ਲਈਆਂ ਜਿਨ੍ਹਾਂ ਅਸੀਂ 100% ਹੀ ਫਾਈਨੈਂਸਿੰਗ ਕਰਾਤੀ ਜੀ। ਬਾਈ ਦਾ ਟਾਈਮ ਉਹ ਪ੍ਰਾਪਰਟੀ 300 ਬਣੀ ਤਾਂ $3 ਲੱਖ ਮਹਿੰਗੀ ਹੋ ਗਈ ਜੀ। 7 ਲੱਖ ਦੀ ਬੁੱਕ ਕਰਾਈ ਸੀ, ਅੱਜ ਉਹਦੀ ਅਪਰੇਜ਼ਲ ਮਿਲੀਅਨ ਆਈ ਹੈ। ਸੋ ਨੈਚੁਰਲੀ ਬੈਂਕ ਕਹਿੰਦੀ ਵੀ ਕੋਈ ਗੱਲ ਨਹੀਂ, ਇਸ ਨੂੰ ਦੇਣ ਨੂੰ ਤਿਆਰ, $8 ਲੱਖ ਦੇ ਦਿੰਦੇ ਆ। 7 ਤੁਸੀਂ ਬੁੱਕ ਕਰਾਈ, $1 ਲੱਖ ਹੋਰ ਲੈ ਲਓ। ਪਰ ਹੁਣ ਕੀ ਹੋ ਗਿਆ, ਹੁਣ ਬੈਂਕ ਜਿਹੜਾ ਰਿਸਕ ਹੈਗਾ ਉਹਨੂੰ ਥੋੜਾ ਜਿਹਾ ਵੱਧ ਕੰਸੀਡਰ ਕਰਦੀ ਹੈ। ਉਹ ਕਹਿੰਦੇ ਵੀ ਸ਼ਾਇਦ ਇਹਦੇ ਰਿਸਕ ਵੱਧ ਹੈ, ਪ੍ਰਾਈਸਾਂ ਹੋਰ ਡਿੱਗ ਸਕਦੀਆਂ। ਬੈਂਕ ਤਾਂ ਸਾਨੂੰ ਹਾਲ ਅੱਜ ਵੀ ਕਹਿ ਰਹੀ ਹੈ ਜੀ ਕਿ ਆਉਣ ਵਾਲੇ ਟਾਈਮ ਦੇ 20% ਹੋਰ ਡਿੱਗਣਗੀਆਂ ਜੀ ਪ੍ਰਾਈਸਾਂ। ਮੈਂ ਨਹੀਂ ਕਹਿੰਦਾ ਵੀ ਮੈਂ ਇਹ ਕਹਿ ਰਿਹਾ ਕਿ ਡਿੱਗਣਗੀਆਂ, ਪਤਾ ਨਹੀਂ ਡਿੱਗਣਗੀਆਂ, ਬਸ ਬੈਂਕ ਸਾਨੂੰ ਕਹਿ ਰਹੀ ਹੈ ਗੱਲ ਕਿ ਤੁਸੀਂ ਇਸ ਚੀਜ਼ ਨੂੰ ਵਾਚ ਕਰਕੇ ਚੱਲੋ। ਤਾਂ ਜਦੋਂ ਅਸੀਂ ਵਾਚ ਕਰਦੇ ਹਾਂ ਤਾਂ ਉਸ ਦੇ ਨਾਲ ਕੀ ਹੁੰਦਾ ਹੈ ਕਿ ਬੈਂਕ ਨੇ ਪ੍ਰੋਮਿਸ ਕੀਤਾ ਤੁਹਾਡੇ ਨਾਲ ਕਿ ਤੁਹਾਨੂੰ ਅਸੀਂ 80% ਦੇਵਾਂਗੇ, ਪਰ ਹੁਣ ਕੀ ਹੋ ਗਿਆ, ਹੁਣ ਬੈਂਕ ਕਹਿੰਦੀ ਵੀ ਸੌਰੀ ਅਸੀਂ 80 ਦੇ ਸਕਦੇ, 75 ਦੇ ਸਕਦੇ ਹਾਂ। ਹੁਣ 5% ਤੁਹਾਨੂੰ ਕਿਤੋਂ ਨਾ ਕਿਤੋਂ ਲੈ ਕੇ ਆਉਣਾ ਪੈਣਾ ਜੀ। ਪਰ ਸਾਡੇ ਕੀ ਹੈਗਾ, ਸਾਡੇ ਰੌਲਾ ਇਹ ਹੈ ਜੀ ਕਿ ਅਸੀਂ ਜਦੋਂ ਕਲੋਜ਼ਿੰਗ ਕਰਾਉਣੀ ਹੈ ਅਸੀਂ ਪੈਨੀ ਟੂ ਪੈਨੀ ਕਾਊਂਟ ਕਰੀ ਬੈਠੇ ਹੁੰਦੇ ਹਾਂ। ਸਾਡੇ ਕੋਲ $1000 ਵੀ ਐਕਸਟਰਾ ਫੰਡ ਨਹੀਂ ਹੁੰਦੇ, ਜਿਹੜੀ ਕਿ ਬਹੁਤ ਗਲਤ ਗੱਲ ਹੈ। ਤੁਹਾਡੇ ਕੋਲ ਐਟਲੀਸਟ 10% ਐਕਸਟਰਾ ਹੋਣਾ ਚਾਹੀਦਾ ਹੈ ਜੀ। ਹੁਣ ਜਿਹੜੀ ਕਲੋਜ਼ਿੰਗ ਕਾਸਟ ਸੀਗੀ ਅੱਗੇ ਸਾਡੀ 1% ਹੁੰਦੀ ਸੀ, ਫਿਰ 1.5 ਹੋ ਗਈ ਜੀ। ਹੁਣ ਆਲਮੋਸਟ ਕਲੋਜ਼ਿੰਗ ਕਾਸਟ ਸਾਡੀ 2% ਹੋ ਗਈ ਜੀ। ਸੋ ਜਿੰਨੇ ਦੀ ਪ੍ਰਾਪਰਟੀ ਹੈ, ਜੇ ਮੰਨ ਲਓ ਤੁਹਾਡੀ 8 ਲੱਖ ਦੀ ਪ੍ਰਾਪਰਟੀ ਲਈ ਹੈ ਤਾਂ 16000 ਤਾਂ ਤੁਹਾਡੀ ਕਲੋਜ਼ਿੰਗ ਕਾਸਟ ਹੀ ਹੋਊਗੀ ਜੀ। ਉਹ ਲੈ ਕੇ ਚੱਲੋ ਅੱਡ, ਉਸ ਨੂੰ ਅੱਡ ਰੱਖਣੀ ਪੈਣੀ ਹੈ। ਉਹ ਤੋਂ ਉੱਤੇ ਫਿਰ ਅੱਜ ਕੱਲ੍ਹ ਲਾਇਰ ਦੇ ਖਰਚੇ ਜਿਹੜੇ ਪਹਿਲਾਂ ਸੀ, ਲਾਇਰ ਦਾ ਖਰਚਾ $1500 ਜਾਂ 2000 ਹੁੰਦਾ ਸੀਗਾ, ਅੱਜ ਕੱਲ੍ਹ ਲਾਇਰ ਦਾ ਖਰਚਾ ਆਲਮੋਸਟ $3500 ਹੋ ਗਿਆ ਜੀ। ਕਿਉਂਕਿ ਉਹਨਾਂ ਦੀ ਜਿਹੜੀ ਅੱਗੇ ਸੀਗੀ ਇੱਕ ਫਾਈਲ ਓਪਨ ਕਰਦੇ ਸੀ $49 ਸੀ ਜੀ, ਹੁਣ $249 ਹੈ ਜੀ। ਉਹ ਤੁਹਾਨੂੰ ਪੇ ਕਰ, ਉਹ ਸਾਰੇ ਕੋਸਟ ਤੁਹਾਡੀ ਆ, ਉਹ ਸਾਰਾ ਤੁਸੀਂ ਪੇ ਕਰਨਾ ਹੈਗਾ। ਸੋ ਕਈ ਵਾਰ ਅਸੀਂ ਇਹ ਜਿਹੜੇ ਖਰਚੇ ਹੁੰਦੇ ਕਾਊਂਟ ਹੀ ਨਹੀਂ ਕੀਤੇ ਹੁੰਦੇ। ਜੇ ਤੁਸੀਂ ਇਸ ਪ੍ਰੋਬਲਮ 'ਚ ਆ ਗਏ, ਇੱਥੇ ਆ ਕੇ ਸਟਕ ਹੋ ਗਏ, ਹੁਣ ਤੁਸੀਂ ਸ਼ਾਰਟਫਾਲ 'ਚ ਆ ਗਏ ਤਾਂ ਸਾਨੂੰ ਰਾਈਟ ਵੇ ਕਾਲ ਕਰੋ, ਅਸੀਂ ਤੁਹਾਨੂੰ ਫੰਡ ਅਰੇਂਜ ਕਰਕੇ ਦੇਵਾਂਗੇ। ਉਹ ਸਾਡੇ ਕੋਲ ਹੈਗੇ ਸੋਰਸ ਜਿਹੜੇ ਫੰਡ ਦੇ ਸਕਦੇ ਆ, ਤੁਹਾਨੂੰ ਫੰਡ ਮਿਲਣਗੇ, ਕੋਈ ਬਹੁਤੇ ਐਕਸਪੈਂਸਿਵ ਵੀ ਨਹੀਂ ਹੋਣੇ। ਇਸ ਕਰਕੇ ਅਸੀਂ ਇਹ ਪਹਿਲਾਂ ਕਿਹਾ ਸੀ ਲਾਸਟ ਮਿੰਟ ਦੇ ਆ ਕੇ ਪੈਨਿਕ ਹੋ ਜਾਂਦੇ ਆ। ਫਿਰ ਅਸੀਂ ਕਹਿੰਦੇ ਭਾਈ ਜਿੰਨੇ 'ਚ ਮਿਲਦੇ ਆ ਸਾਨੂੰ। ਇੱਕ ਮੈਨੂੰ ਸੱਜਣ ਦਾ ਫੋਨ ਆਇਆ ਕਿ ਸਾਨੂੰ 20% ਤੇ ਮੈਨੂੰ ਸੈਕੰਡ ਮੌਰਗੇਜ ਮਿਲੀ ਹੈ ਜੀ, ਜਿਹੜੀ ਕਿ ਟੋਟਲੀ ਰੋਂਗ ਹੈ। 20% ਜੀ, 20% ਇੰਟਰਸਟ ਤੇ ਉਹ ਟੋਟਲੀ ਰੋਂਗ ਹੈ। ਬਾਏ ਲਾ ਵੀ ਤੁਸੀਂ ਇੰਨੇ ਪੈਸੇ ਨਹੀਂ ਲੈ ਸਕਦੇ। ਅਸੀਂ ਵੀ ਸਾਡੀ ਫੀਸ ਦੀ ਵੀ ਇੱਕ ਲਿਮਟ ਹੈ ਜੀ। ਅਸੀਂ ਫੀਸ ਇੱਕ ਲਿਮਟ ਤੱਕ ਹੀ ਲੈ ਸਕਦੇ, ਅਸੀਂ ਕਿਸ ਤੋਂ 10% ਫੀਸ ਨਹੀਂ ਲੈ ਸਕਦੇ ਜੀ। ਕਿ ਅਸੀਂ ਕਹੀਏ ਵੀ ਲੱਖ ਦੀ ਮੌਰਗੇਜ ਦਵਾ ਕੇ 10,000 ਲੈ ਨਹੀਂ ਲੈ ਸਕਦੇ ਅਸੀਂ ਜੀ। ਸੋ ਸਾਡੀ ਵੀ ਇੱਕ ਲਿਮਟ ਹੈ, ਅਸੀਂ ਲਿਮਟ 'ਚ ਰਹਿ ਕੇ ਕੰਮ ਕਰਨਾ, ਕਿਉਂਕਿ ਅਸੀਂ ਲਾਇਸੈਂਸਡ ਹਾਂ ਜੀ। ਸਾਡੇ ਕੋਲ ਲਾਇਸੈਂਸ ਹੈ, ਅਸੀਂ ਵੀ ਅੱਗੇ ਜਵਾਬ ਦੇਣਾ ਹੈ ਜੀ। ਸਮਝੇ ਕਿ ਅਸੀਂ ਮੌਰਗੇਜ ਲਾਇਸੈਂਸ ਨਾਲ ਕੰਮ ਕਰਦੇ ਹਾਂ, ਸਾਨੂੰ ਕਿਸ ਟਾਈਮ ਵੀ ਲੈਟਰ ਆ ਸਕਦਾ ਕਿ ਭਾਈ ਕਿੰਨੀ ਫੀਸ ਚਾਰਜ ਕੀਤੀ ਤੁਸੀਂ। ਅਸੀਂ ਇੱਕ ਲਿਮਟ ਤੱਕ ਫੀਸ ਲੈ ਸਕਦੇ ਹਾਂ, ਔਰ ਅਸੀਂ ਜਿਹੜੀ ਫੀਸ ਲੈਂਦੇ ਹਾਂ ਲੀਗਲ ਫੀਸ ਹੁੰਦੀ ਹੈ ਸਾਡੀ ਜੀ, ਔਰ ਇਹ ਵੀ ਉਹ ਸਾਰੇ ਡਾਕੂਮੈਂਟ 'ਚ ਨੋਟ ਕੀਤੀ ਹੁੰਦੀ ਹੈ। ਸੋ ਇਸ ਕਰਕੇ ਉਦੋਂ ਪੈਨਿਕ ਨਾ ਹੋ ਵੀ ਜਿਵੇਂ ਹੁੰਦਾ ਉਵੇਂ ਕਰ ਦਿਓ, ਨਹੀਂ, ਆਰਾਮ ਨਾਲ ਬਹਿ ਕੇ ਸੋਚੋ, ਸਾਡੇ ਕੋਲੇ ਆਓ, ਸਾਨੂੰ ਦੱਸੋ ਸਿਚੁਏਸ਼ਨ ਕੀ ਹੈ, ਅਸੀਂ ਇਹ ਸੋਲੂਸ਼ਨ ਲੱਭ ਕੇ ਦੇਵਾਂਗੇ ਜੀ। ਤੁਸੀਂ ਬਿਲਡਰਾਂ ਦੇ ਵਿੱਚ ਮੈਂਸ਼ਨ ਕੀਤਾ ਸੀਗਾ, ਅੱਜ ਤੋਂ ਜੇ ਗੱਲ ਕਰੀਏ 20-25 ਸਾਲ ਪਹਿਲਾਂ ਜਾਂ 20 ਸਾਲ ਪਹਿਲਾਂ ਬਿਲਡਰ ਬੜੇ ਮਤਲਬ ਸੌਫਟ ਹੁੰਦੇ ਸੀਗੇ, ਰਿਲਾਇਬਲ ਹੁੰਦੇ ਸੀਗੇ, ਤੁਹਾਡੇ ਨਾਲ ਕੋਆਪਰੇਟ ਕਰਦੇ ਸੀਗੇ ਤੇ ਤੁਹਾਡੀ ਹੈਲਪ ਕਰਦੇ ਸੀਗੇ। ਬਟ ਉਦੋਂ ਤੇ ਹੁਣ ਦੇ ਵਿੱਚ ਕਾਫੀ ਜ਼ਿਆਦਾ ਬਿਲਡਰਾਂ ਦਾ ਵੀ ਜਿਹੜੇ ਕਾਫੀ ਸਟ੍ਰਿਕਟ ਹੋਏ ਨੇ, ਜਾਂ ਤਾਂ ਜਿਹੜੇ ਬਾਇਰ ਨੇ ਉਹ ਜ਼ਿਆਦਾ ਅਗਰੈਸਿਵ ਹੈਗੇ ਨੇ, ਜਾਂ ਉਹਨਾਂ ਕੋਲ ਜਿਹੜੇ ਡਾਲਰ ਨੇ ਵੱਡੀ ਮਾਤਰਾ ਦੇ ਵਿੱਚ ਆ ਗਏ ਨੇ, ਤੇ ਤਾਂ ਕਰਕੇ। ਪਰ ਉਦੋਂ ਜੇ 2-3 ਲੱਖ ਦਾ ਘਰ ਲੈਂਦੇ ਸੀਗੇ ਬਿਲਡਰ, ਜੇ ਤੁਸੀਂ ਇੱਕ ਡਰਾ ਕੱਢਦੇ ਹੁੰਦੇ ਸੀ ਵੀ ਇੱਕ ਘਰ ਤੁਹਾਨੂੰ ਆਹ ਫੇਜ਼ ਦੇ ਵਿੱਚੋਂ ਫ੍ਰੀ ਦੇਵਾਂਗੇ, ਤੇ ਪਹਿਲਾਂ ਕਰਦੇ ਸੀ। ਪਰ ਹੁਣ ਤਾਂ ਜੇ ਤੁਸੀਂ ਕਿਤੇ ਇੱਕ ਅੱਧੀ ਮਾੜੀ ਮੋਟੀ ਕੋਈ ਵਿੰਡੋ ਜਾਂ ਕਿਤੇ ਸਿੰਕ ਵੀ ਇੱਕ ਅੱਧੀ ਮਾੜੀ ਮੋਟੀ ਸੱਜੇ ਖੱਬੇ ਕੋਈ ਵਿੰਡੋ ਕਰਵਾਉਣੀ ਹੈਗੀ ਹੈ ਤਾਂ ਉਹਦੇ ਜਿਹੜੇ ਐਕਸਟਰਾ ਜਿਹੜੇ ਚਾਰਜ ਨੇ ਪਾ ਦਿੰਦੇ ਹੈਗੇ ਨੇ। ਤੇ ਇਹ ਗੱਲ ਹੈਗੀ ਜੀ ਘਰਾਂ ਦੀ। ਤੇ ਨਾਲ ਦੀ ਨਾਲ ਆਪਾਂ ਹੁਣ ਕਰਾਂਗੇ ਫਸਟ ਵਾਇਰ ਦੀ, ਸ਼ਾਰਟ ਦੇ ਵਿੱਚ ਹੀ ਆਪਾਂ ਗੱਲ ਕਰਾਂਗੇ, ਕਿਉਂਕਿ ਆਪਣੇ ਕੋਲ ਕਾਫੀ ਜ਼ਿਆਦਾ ਜਿਹੜੇ ਟੈਕਸਟ ਮੈਸੇਜ ਸਾਡੇ ਦਰਸ਼ਕਾਂ ਦੇ ਆਏ ਹੋਏ ਨੇ। ਨੈਕਸਟ ਐਪੀਸੋਡ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਇਕੁਇਟੀ ਕਿਉਂ ਲੈਣੀ ਚਾਹੀਦੀ ਆ, ਜਾਂ ਜਿਹੜੀ ਕ੍ਰੈਡਿਟ ਲਾਈਨ ਹੈਗੀ ਕਿਉਂ ਲੈਣੀ ਚਾਹੀਦੀ ਆ, ਤੁਹਾਡੀ ਕਦੋਂ ਕੰਮ ਆਉਂਦੀ ਹੈਗੀ ਆ ਉਹ, ਤੇ ਘਰ ਲੈਣ ਤੋਂ ਪਹਿਲਾਂ ਕਿਹੜੀਆਂ ਗੱਲਾਂ ਦਾ ਜਿਹੜਾ ਧਿਆਨ ਰੱਖਣਾ ਚਾਹੀਦਾ ਹੈਗਾ, ਤੁਹਾਡੀ ਕ੍ਰੈਡਿਟ ਹਿਸਟਰੀ ਕਿੱਦਾਂ ਮੇਨਟੇਨ ਰੱਖਣੀ ਹੈਗੀ ਆ, ਇਹ ਚੀਜ਼ਾਂ ਵੀ ਤੁਹਾਡੇ ਕੋਲ ਕਾਰ ਜਾਂ ਹੋਰ ਇਹ ਸਾਰੀਆਂ ਚੀਜ਼ਾਂ ਦਾ ਆਪਾਂ ਜਿਹੜਾ ਧਿਆਨ ਆਪਾਂ ਨੈਕਸਟ ਐਪੀਸੋਡ ਦੇ ਵਿੱਚ ਕਰਾਂਗੇ। ਹੁਣ ਸ਼ਾਰਟ ਦੇ ਵਿੱਚ ਆਪਾਂ ਕਰਾਂਗੇ ਜਿਹੜਾ ਫਸਟ ਵਾਇਰ ਹੈਗਾ ਉਹ ਕਿੰਨੇ ਪਰਸੈਂਟ, ਅਗਰ ਜੇ ਚਲੋ 7 ਲੱਖ ਦਾ ਘਰ ਲੈਂਦਾ ਹੈਗਾ ਤਾਂ ਉਹਨੂੰ ਕਿੰਨੇ ਪਰਸੈਂਟ ਜਿਹੜਾ ਹੈਗਾ ਡਾਊਨ ਪੇਮੈਂਟ ਦੇਣਾ ਜ਼ਰੂਰੀ ਹੈਗਾ ਜੀ। ਹਾਂ ਬਿਲਕੁਲ। ਜੇ ਜਿਹੜਾ ਫਸਟ ਟਾਈਮ ਵਾਇਰ ਹੈ ਜੀ, ਅਗਰ ਦੋਨੇ ਹਸਬੈਂਡ ਵਾਈਫ ਉਹ ਪੇਰੋਲ ਤੇ ਕੰਮ ਕਰਦੇ ਆ ਜੀ ਤੇ 10% ਨਾਲ ਵੀ ਘਰ ਲੈ ਸਕਦੇ ਹੋ ਜੀ। ਪਰ ਸੌਰੀ ਮੈਂ ਵਿੱਚੋਂ ਰੋਕ ਰਿਹਾ, ਜੇ 5 ਲੱਖ ਦਾ ਤੇ 2 ਲੱਖ ਐਕਸਟਰਾ ਹੈਗਾ ਉਹਦੇ ਵਿੱਚੋਂ ਡਿਵਾਈਡ ਹੋ ਸਕਦਾ ਹੈਗਾ ਕੁਛ ਨਾ ਕੁਛ, 5 ਲੱਖ ਤੇ 5% ਤੇ ਜਿਹੜਾ 2 ਲੱਖ ਹੈਗਾ 10%, ਉਹ ਕੀ ਦਾ ਵਰਕਆਊਟ ਹੁੰਦਾ ਹੈਗਾ ਉਹਦੇ ਬਾਅਦ ਕਾਫੀ
ਕਿਉਂਕਿ Actually ਕਲਾਇੰਟਾਂ ਦੇ ਕਾਲ ਆਉਂਦੀਆਂ ਨੇ। ਉਹ ਹੈ ਨਹੀਂ ਜੀ, ਹੁਣ ਹੈ ਨਹੀਂ, ਪਹਿਲਾਂ ਹੁੰਦਾ ਸੀ ਇਹ। ਜੀ ਪਹਿਲਾਂ ਹੁੰਦਾ ਸੀ, ਪਰ ਜੇ ਤੁਹਾਡਾ ਘਰ 5 ਲੱਖ ਤੋਂ ਥੱਲੇ ਹੀ ਹੈਗਾ ਜੀ। ਤਾਂ ਤੁਸੀਂ 5% ਵੀ ਲੈ ਸਕਦੇ ਹੋ ਜੀ ਪਰ ਜੇ ਤੁਹਾਡਾ 5% 5 ਲੱਖ ਤੋਂ ਉੱਪਰ ਟੱਪ ਗਿਆ ਫਿਰ 10% ਹੀ ਹੋਊਗਾ ਜੀ। ਉਹ ਜਿਹੜਾ ਹੁੰਦਾ ਸੀ ਪਹਿਲਾਂ ਹੁੰਦਾ ਸੀ ਕਿ 5 ਲੱਖ ਤੇ ਇੰਨਾ, 10 ਲੱਖ ਤੇ ਇੰਨਾ ਤੇ 15 ਤੇ ਇੰਨਾ। ਜੀ। ਨਹੀਂ ਜੀ, ਉਹ ਇਜ਼ ਵੈਰੀ ਕੰਪਲਿਕੇਟਡ। ਇਹਨਾਂ ਦਿਨਾਂ ਦੇ ਵਿੱਚ ਉਹ ਤੁਸੀਂ ਉਹ ਚੱਕਰ 'ਚ ਪੈਂਦੇ ਹੋਗੇ ਤਾਂ ਇਸ ਕਾਈਂਡ ਆਫ ਲਾਈਕ ਲਾਸਟ ਹੋ ਜਾਂਦੇ ਤੁਸੀਂ। ਜੀ। ਸੋ ਇਸ ਕਰਕੇ ਬੈਟਰ ਹੈ ਤੁਸੀਂ 10% ਹੀ ਲੈ ਕੇ ਚੱਲੋ, ਮਿਨੀਮਮ ਤੁਹਾਨੂੰ 10% ਚਾਹੀਦਾ। ਜੀ ਵਾਕਿਆ ਹੀ ਅਗਰ ਤੁਸੀਂ ਫਸਟ ਟਾਈਮ ਘਰ ਲੈ ਰਹੇ ਹੋ ਤਾਂ 10% ਦੇ ਨਾਲ ਤੁਸੀਂ ਜਿਹੜਾ ਹੈਗਾ ਭਾਵੇਂ 5 ਲੱਖ ਦਾ ਜਾਂ 7 ਲੱਖ ਦਾ ਜਿੰਨੇ ਦਾ ਵੀ ਹੈਗਾ ਤੇ 20% ਤੁਹਾਡੇ ਡਿਪੈਂਡ ਕਰਦਾ ਹੈਗਾ ਜਿੰਨਾ ਉੱਪਰ ਨੂੰ ਵੋਲਿਊਮ ਜਾਈ ਜਾਂਦਾ ਹੈਗਾ, ਤੁਹਾਡਾ ਕ੍ਰੈਡਿਟ ਕਿੱਦਾਂ ਦਾ ਹੈਗਾ ਉਸ ਹਿਸਾਬ ਦੇ ਨਾਲ ਜਿਹੜਾ ਹੈਗਾ ਮਤਲਬ ਤੁਹਾਨੂੰ ਫਿਰ 20% ਵੀ ਜਿਹੜਾ ਹੈਗਾ ਜੀ। ਵਾਕਿਆ ਹੀ ਤੁਸੀਂ ਕਾਲ ਕੀਤੀ ਜਾ ਸਕਦੀ ਹੈ ਜਸ ਭੁੱਲਰ ਸਾਹਿਬ ਉਹਨਾਂ ਦੇ ਨਾਲ ਮਾਰਗੇਜ ਅਲਾਈਅੰਸ ਤੋਂ 416 732 2611। ਤੁਸੀਂ ਸਕਰੀਨ ਤੇ ਦਿੱਤੇ ਗਏ ਨੰਬਰ ਨੇ ਐਨੀ ਟਾਈਮ ਤੁਸੀਂ ਕਾਲ ਕਰ ਸਕਦੇ ਹੋ, ਸਾਤੋਂ ਵੀ ਨੰਬਰ ਜਿਹੜਾ ਲੈ ਸਕਦੇ ਹੋ ਐਨੀ ਟਾਈਮ। ਜੀ ਮਾਰਗੇਜ ਦੀ ਦੁਨੀਆ ਦੇ ਕਿੰਗ ਨੇ ਜੀ। ਵਾਕਿਆ ਹੀ ਤੁਹਾਡੀ ਕਿਤੇ ਫਾਈਲ ਅੜੀ ਹੋਈ ਆ, ਤੁਹਾਡੀ ਮਾਰਗੇਜ ਨਹੀਂ ਹੋ ਰਹੀ ਹੈਗੀ, ਤੁਹਾਨੂੰ ਲਾਸਟ ਮਿੰਟ ਦੇ ਉੱਤੇ ਆ ਕੇ ਜਾਂ ਤੁਸੀਂ ਫਿਊਚਰ ਪਲਾਨ ਕਰ ਰਹੇ ਹੈਗੇ ਹੋ ਘਰ ਲੈਣ ਵਾਸਤੇ ਜਾਂ ਤੁਸੀਂ ਕੋਈ ਬ੍ਰਾਂਡ ਨਿਊ ਨਵਾਂ ਘਰ ਲੈਣਾ ਚਾਹੁੰਦੇ ਹੋ, ਪ੍ਰੀ ਅਪਰੂਵ ਮਾਰਗੇਜ ਕਰਾਉਣੀ ਹੈਗੀ ਆ, ਤਾਂ ਵੀ ਤੁਸੀਂ ਜਿਹੜਾ ਹੈਗਾ ਇਹਨਾਂ ਦੇ ਨਾਲ ਸੰਪਰਕ ਕੀਤਾ ਜਾ ਸਕਦਾ। ਅਖੀਰ ਦੇ ਵਿੱਚ ਸਾਡੇ ਦਰਸ਼ਕਾਂ ਨੂੰ ਸਪੈਸ਼ਲ ਮੈਸੇਜ ਸੰਦੇਸ਼ ਕੋਈ ਜੀ? ਸੰਦੇਸ਼ ਤਾਂ ਮੈਂ ਐਡਾ ਹੈ ਨਹੀਂ ਦੇਣ ਦੇ ਕਾਬਲ, ਪਰ ਮੈਂ ਕੋਈ ਮੈਸੇਜ ਦਿੰਦਾ ਜੇ ਕੋਈ ਸੱਜਣ ਘਰ ਲੈਣਾ ਚਾਹੁੰਦੇ ਹੈਗੇ ਤਾਂ ਮੇਕ ਸ਼ੋਰ ਆਪਣੀ ਅਫੋਰਡੇਬਿਲਿਟੀ ਪਹਿਲਾਂ ਚੈੱਕ ਕਰੋ ਕਿ ਕੀ ਤੁਸੀਂ ਘਰ ਅਫੋਰਡ ਕਰ ਸਕਦੇ ਹੋ। ਜੇ ਘਰ ਅਫੋਰਡ ਕਰ ਸਕਦੇ ਹੋ ਤਾਂ ਘਰ ਲਓ। ਘਰ ਕਿਤੇ ਨਹੀਂ ਜਾਣ ਲੱਗੇ ਜੀ, ਘਰ ਇੱਥੇ ਹੀ ਰਹਿਣੇ ਹੈਗੇ, ਕਿਤੇ ਨਹੀਂ ਤੁਸੀਂ ਸੋਚੋ ਵੀ ਘਰ ਜਾਣ, ਕਿਤੇ ਨਹੀਂ ਜਾਂਦੇ, ਘਰ ਇੱਥੇ ਹੀ ਰਹਿਣੇ ਹੈ। ਪਰ ਟਰਾਈ ਕਰੋ ਪਹਿਲਾਂ ਤਾਂ ਤੁਸੀਂ 20% ਸੇਵ ਕਰੋ। ਜੇ 20% ਸੇਵ ਕਰਕੇ ਘਰ ਲੈ ਸਕਦੇ ਹੋ ਤਾਂ ਬੈਸਟ ਹੈ। ਨੰਬਰ 2 ਦੇ ਉੱਤੇ ਜੇ ਅਸੀਂ ਇਨਵੈਸਟਮੈਂਟ ਕਰਨੀ ਚਾਹੁੰਦੇ ਹੋ ਤਾਂ ਇਨਵੈਸਟਮੈਂਟ ਉੱਥੇ ਕਰੋ ਜਿੱਥੇ ਤੁਹਾਨੂੰ ਐਟ ਲੀਸਟ ਈਵਨ ਤਾਂ ਹੋਵੇ, ਜਿੰਨਾ ਖਰਚਾ ਤੁਹਾਡਾ ਉਹ ਤਾਂ ਕਵਰ ਹੁੰਦਾ ਹੋਵੇ, ਨਾ ਕਿ ਤੁਸੀਂ ਕੋਲੋਂ ਪਾ ਕੇ ਇਨਵੈਸਟਮੈਂਟ ਕਰੋ। ਸੋ ਉਹਦੇ ਵਾਸਤੇ ਬੈਟਰ ਹੈ ਤੁਸੀਂ ਪਹਿਲਾਂ ਸਾਨੂੰ ਆ ਕੇ ਮਿਲੋ। ਰਿਐਲਟਰ ਤੋਂ ਮਿਲਣ ਤੋਂ ਪਹਿਲਾਂ ਸਾਡੇ ਕੋਲ ਆਓ ਤਾਂ ਕਿ ਤੁਹਾਡਾ ਵੀ ਟਾਈਮ ਸੇਵ ਹੋਵੇ, ਰਿਐਲਟਰ ਦਾ ਵੀ ਟਾਈਮ ਸੇਵ ਹੋਵੇ ਤੇ ਅਸੀਂ ਤੁਹਾਨੂੰ ਦੱਸ ਦਈਏ ਕਿ ਤੁਸੀਂ ਇੰਨੇ ਘਰ ਵਾਸਤੇ ਕੁਆਲੀਫਾਈ ਕਰਦੇ ਹੋ। ਜੇ ਤੁਸੀਂ ਵੱਡਾ ਘਰ ਲੈਣਾ ਹੈ ਤਾਂ ਕਿੰਨਾ ਤੁਹਾਨੂੰ ਚਾਹੀਦਾ, ਕਿਵੇਂ ਤੁਸੀਂ ਲੈ ਸਕਦੇ ਹੋ, ਉਹ ਗੱਲਾਂ ਤੁਸੀਂ ਦੱਸ ਸਕਦੇ ਹੈਗੇ। ਤਾਂ ਉਹਦੇ ਨੂੰ ਬੈਟਰ ਹੈ ਸਾਨੂੰ ਪਹਿਲਾਂ ਆ ਕੇ ਮਿਲੋ, ਪਲੈਨਿੰਗ ਕਰਨ ਤੋਂ ਪਹਿਲਾਂ ਸਾਡੇ ਕੋਲ ਆਓ, ਸਾਨੂੰ ਦੱਸੋ ਤੇ ਅਸੀਂ ਬੈਟਰ ਤੁਹਾਨੂੰ ਦੱਸ ਸਕਦੇ ਹਾਂ ਤੇ ਬੈਟਰ ਤੁਸੀਂ ਅੱਗੇ ਫਿਊਚਰ ਬਣਾ ਸਕਦੇ ਹੋ। ਹਾਂਜੀ ਭੁੱਲਰ ਸਾਹਿਬ ਆਏ ਸਟੂਡੀਓ ਦੇ ਵਿੱਚ, ਤੁਸੀਂ ਦਰਸ਼ਕਾਂ ਨੂੰ ਬਹੁਤ ਹੀ ਵਧੀਆ ਜਿਹੜੇ ਟਿਪਸ ਵਧੀਆ ਦਿੱਤੇ ਨੇ ਤੇ ਬਹੁਤ ਧੰਨਵਾਦ ਤੁਹਾਡਾ ਵੀ। ਤੇ ਸਾਡੇ ਵੱਲੋਂ ਜੀ ਤੁਹਾਨੂੰ ਸਤਿ ਸ਼੍ਰੀ ਅਕਾਲ ਜੀ, ਸਾਰੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ ਜੀ। ਥੈਂਕ ਯੂ।